ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਨਿਸਿੱਖਨ ਸੋ ਮਹਿਮਾ ਪ੍ਰਭ ਕੀ। ਕਰਤ ਸੁਨਾਮਨ ਪ੍ਰੇਮ ਵਿਸਾਲ। ਪਾਠ ਪਠਹਿ ਰਸਿਆ ਜਹ ਚਾਹੈ ਹੋਏ ਸਹਾਇ ਦਇਆਲ ਤਤਕਾਲ। ਨਿਜ ਸਿੱਖਨ ਸੋ ਮਹਿਮਾ ਪ੍ਰਭ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸਰਬੰਸ ਦਾਨੀ ਚੋਜੀ ਪ੍ਰੀਤਮ ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਇਹ ਦੱਸੋ ਜਿਹੜੇ ਗੁਰਸਿੱਖ ਮਾਈ ਭਾਈ ਆਪ ਜੀ ਦੇ ਦਰ ਤੇ ਹਾਜ਼ਰ ਹੁੰਦੇ ਨੇ ਉਹਨਾਂ ਨੂੰ ਕੀ ਮਿਲਦਾ ਹੈ। ਹਜ਼ੂਰ ਨੇ ਪ੍ਰਸੰਨ ਹੋ ਕੇ ਜਵਾਬ ਦਿੱਤਾ, ਖਾਲਸਾ ਜੀ, ਹਾਜ਼ਰਾਂ ਕੋ ਮਿਹਰ ਹੈ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਨੂੰ ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਗੁਰੂ ਦਾ ਕਰਮ, ਗੁਰੂ ਦਾ ਫਜ਼ਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਨਾਲ ਲੱਗਦਾ ਦੂਜਾ ਸਵਾਲ ਵੀ ਕਿਸੇ ਗੁਰਸਿੱਖ ਨੇ ਕਰ ਦਿੱਤਾ, ਮਹਾਰਾਜ ਜਿਹੜਾ ਨਹੀਂ ਹਾਜ਼ਰ ਹੋ ਸਕਦਾ, ਹਜ਼ੂਰ ਕਹਿਣ ਲੱਗੇ ਵੀ ਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਹਾਜ਼ਰ ਨਹੀਂ ਹੋ ਸਕਦੇ ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ।
ਇਹਨਾਂ ਬਚਨਾਂ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ, ਸਾਨੂੰ ਕੋਸ਼ਿਸ਼ ਕਰਕੇ, ਯਤਨ ਕਰਕੇ, ਪੁਰਸ਼ਾਰਥੀ ਬਣ ਕੇ ਗੁਰੂ ਚਰਨਾਂ ਵਿੱਚ ਆਉਣਾ ਚਾਹੀਦਾ ਹੈ। ਗੁਰੂ ਚਰਨਾਂ ਵਿੱਚ ਹਾਜ਼ਰ ਹੋਣ ਦੇ ਨਾਲ ਹੀ ਗੁਰੂ ਦੀ ਮਿਹਰ ਪ੍ਰਾਪਤ ਹੁੰਦੀ ਹੈ। ਇਹ ਗੱਲ ਵੱਖਰੀ ਹੈ। ਕਈ ਗੁਰਸਿੱਖ ਮਾਈ ਭਾਈ ਉਹ ਆਪਣੇ ਘਰਾਂ ਦੇ ਵਿੱਚ ਵੀ ਲਾਈਵ ਪ੍ਰੋਗਰਾਮ ਸੁਣ ਰਹੇ ਹਨ। ਉਹਨਾਂ ਦੇ ਮਨ ਦੇ ਵਿੱਚ ਵੀ ਖਿਆਲ ਜ਼ਰੂਰ ਆਉਂਦਾ ਹੋਵੇਗਾ ਬਈ ਜਿਹੜੇ ਹਾਜ਼ਰ ਹੁੰਦੇ ਨੇ ਉਹਨਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ। ਅਸੀਂ ਤਾਂ ਘਰ ਦੇ ਵਿੱਚ ਬੈਠੇ ਹਾਂ, ਸਾਡੀ ਹਾਜ਼ਰੀ ਕਿਵੇਂ ਲੱਗੇਗੀ? ਇਹਦੇ ਬਾਰੇ ਵੀ ਕਲਗੀਧਰ ਪਾਤਸ਼ਾਹ ਨੇ ਇੱਕ ਵਾਰ ਬਚਨ ਕੀਤਾ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਕਈ ਵਾਰ ਅਜਿਹਾ ਹੁੰਦਾ ਹੈ, ਕਈ ਗੁਰਸਿੱਖ ਮਾਈ ਭਾਈ ਤਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦੇ ਹਨ, ਪਰ ਉਹਨਾਂ ਦਾ ਮਨ ਗੈਰ ਹਾਜ਼ਰ ਹੋ ਜਾਂਦਾ। ਇੱਥੇ ਬੈਠਿਆਂ ਵੀ ਗੁਰੂ ਚਰਨਾਂ ਦੇ ਵਿੱਚ ਮਨ ਕਿਸੇ ਹੋਰ ਪਾਸੇ ਦੌੜ ਜਾਂਦਾ ਹੈ। ਸਾਹਿਬਾਂ ਦੇ ਬਚਨ ਹਨ, ਕਬਹੂ ਜੀੜਾ ਊਪ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਹ ਮਨ ਇੰਨਾ ਚੰਚਲ ਹੈ, ਇੱਕ ਛਿੰਦੇ ਵਿੱਚ ਹੀ ਊਬ ਚੜ੍ਹਤ ਹੈ, ਅਰਸ਼ਾਂ ਦੀਆਂ ਉਡਾਰੀਆਂ ਮਾਰਨ ਲੱਗ ਜਾਂਦਾ ਹੈ ਤੇ ਕਦੇ ਪਾਤਾਲ ਦੇ ਵਿੱਚ ਚਲਿਆ ਜਾਂਦਾ ਹੈ। ਇੱਕ ਮਿੰਟ ਵੀ ਇਹ ਸਾਡਾ ਮਨ ਨਹੀਂ ਟਿਕਦਾ। ਇਸੇ ਲਈ ਹਜ਼ੂਰ ਕਹਿਣ ਲੱਗੇ, ਕਈ ਵਾਰ ਅਜਿਹਾ ਹੁੰਦਾ ਹੈ ਹਾਜ਼ਰ ਹੋ ਕੇ ਵੀ ਕਈ ਗੈਰ ਹਾਜ਼ਰ ਰਹਿੰਦੇ ਨੇ। ਤਨ ਹਾਜ਼ਰ ਹੁੰਦਾ, ਮਨ ਦੀ ਗੈਰ ਹਾਜ਼ਰੀ ਲਾਉਂਦੇ ਨੇ। ਤੇ ਕਈ ਐਸੇ ਵੀ ਪ੍ਰੇਮੀ ਹੁੰਦੇ ਨੇ, ਉਹ ਭਾਵੇਂ ਤਨ ਕਰਕੇ ਗੁਰੂ ਤੋਂ ਦੂਰ ਹੁੰਦੇ ਨੇ, ਗੈਰ ਹਾਜ਼ਰ ਹਾਜ਼ਰ, ਪਰ ਉਹਨਾਂ ਦੀ ਮਨ ਦੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲੱਗ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਚਾਹੇ ਕੋਈ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਭਰਦਾ ਹੈ ਤੇ ਚਾਹੇ ਕੋਈ ਘਰ ਦੇ ਵਿੱਚ ਵੀ ਬੈਠ ਕੇ ਹਾਜ਼ਰੀ ਭਰਦਾ ਹੈ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਉਹਨਾਂ ਦੀ ਵੀ ਅਕਸਰ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗ ਹੀ ਜਾਂਦੀ ਹੈ। ਸੋ ਆਪ ਸੰਗਤਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, महान पवित्र आत्मा, दोहे था बाणी का बोहे था। गुरु अर्जन देव महाराज का इतिहास चल रहा है। दूसरे पासे साहिबजादा गुरु हरगोबिंद साहब महाराज का भी सम्मिलित इतिहास संगतां सरवण कर रहे हो। आप संगतां ने पिछे सुनिया है, महादेव जी अपने वड्डे भरा ਪ੍ਰਿਥਵੀ ਨੂੰ ਸਮਝਾਉਣ ਵਾਸਤੇ ਗਏ ਹਨ। ਬੜੀਆਂ ਦਲੀਲਾਂ ਦੇ ਦੇ ਕੇ ਅਪੀਲਾਂ ਕੀਤੀਆਂ ਹੈ, ਸਮਝਾਉਣ ਦਾ ਯਤਨ ਕੀਤਾ ਹੈ, ਪਰ ਉਹਦੇ ਉੱਤੇ ਭੋਰਾ ਵੀ ਅਸਰ ਨਹੀਂ ਹੋਇਆ। ਮਹਾਦੇਵ ਜੀ ਆਖੀਰ ਵਾਪਸ ਮੁੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ ਨੇ। ਅੱਗੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਫਰਜ਼ੰਦ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੀ ਗੋਦ ਵਿੱਚ ਬੈਠਾ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਦੇ ਸ਼ਬਦ ਉਚਾਰਨ ਕਰ ਰਹੇ ਨੇ। ਰੱਖਿਆ ਦੇ ਸ਼ਬਦ, ਹਾਜ਼ੂਰ
ਸਾਹਿਬਜ਼ਾਦੇ ਨੂੰ ਕੋਲ ਬਿਠਾ ਕੇ ਉਚਾਰਨ ਕਰਦੇ ਸਨ। ਉਹ ਪ੍ਰਸੰਗ ਚੱਲ ਰਿਹਾ ਹੈ। ਅੱਗੇ ਜਿਵੇਂ ਕਵੀ ਸੰਤੋਖ ਸਿੰਘ ਜੀ ਪ੍ਰਸੰਗ ਲਿਖ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜ ਸਿੱਖਣ ਸੋ ਮਹਿਮਾ ਪ੍ਰਭ ਕੀ, ਕਰਤ ਸੁਨਾਮਨ ਪ੍ਰੇਮ ਵਿਸਾਲ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਉਚਾਰਨ ਕਰਕੇ ਬਾਣੀ ਦੁਆਰਾ ਸੁਣਾਉਂਦੇ ਨੇ ਤੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਪਾਠ ਪਠਹਿ ਰਸਿਆ ਜਹ ਚਾਹੈ, ਹੋਏ ਸਹਾਇ ਦਇਆਲ ਤਤਕਾਲ। ਇਹ ਬਾਣੀ ਕਿਉਂ ਉਚਾਰਨ ਕਰ ਰਹੇ ਨੇ? ਗੁਰਸਿੱਖਾਂ ਵਾਸਤੇ ਵੀ ਗੁਰਸਿੱਖ ਵੀ ਜਦੋਂ ਉਹਨਾਂ ਨੂੰ ਲੋੜ ਪਵੇ ਰੱਖਿਆ ਦੇ ਲਈ ਇਹਨਾਂ ਸ਼ਬਦਾਂ ਦਾ ਪਾਠ ਕਰਨ, ਜਦੋਂ ਚਾਹਣ ਉਹ ਬਾਣੀ ਪੜ੍ਹਨ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਇਸ ਤਰ੍ਹਾਂ ਦੇ ਰੱਖਿਆ ਦੇ ਸ਼ਬਦ ਗੁਰੂ ਮਹਾਰਾਜ ਗੁਰਸਿੱਖਾਂ ਲਈ ਉਚਾਰਨ ਕਰਦੇ ਨੇ, ਜਿਸ ਦਾ ਸਦਕਾ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਛੇਤੀ ਪ੍ਰਸੰਨ ਹੁੰਦਾ ਹੈ। ਮਹਾਦੇਵ ਇਤਨੇ ਮਹਿ ਆਏ, ਸੁਧ ਕੋ ਲੈਨ ਕੁਸ਼ਲ ਹਿਤ ਨਾਲ। ਲੋ ਇੰਨੇ ਸਮੇਂ ਦੇ ਅੰਦਰ ਅੰਦਰ ਮਹਾਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾ ਉਹ ਆ ਗਏ ਨੇ ਤੇ ਉਹ ਪਹਿਲਾਂ ਤਾਂ ਸਿੱਧੇ ਪ੍ਰਿਥਵੀ ਦੇ ਘਰ ਚਲੇ ਗਏ ਸਨ। ਉੱਥੇ ਕਾਫੀ ਲੰਬੀ ਵਾਰਤਾ ਹੋਈ, ਉਹ ਤੂੰ ਸਰਵਣ ਕਰ ਚੁੱਕੇ ਹੋ। ਹੁਣ ਮਹਾਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ ਨੇ ਖਬਰਸਾਰ ਲੈਣ ਵਾਸਤੇ ਵੀ ਸੁੱਖ ਸ਼ਾਂਤੀ ਹੈ ਗੁਰੂ ਘਰ ਦੇ ਵਿੱਚ, ਇਹਦਾ ਪਤਾ ਲੈਣ ਵਾਸਤੇ ਬੜੇ ਪ੍ਰੇਮ ਦੇ ਨਾਲ ਆਏ ਹਨ। ਸ਼੍ਰੀ ਹਰਿਗੋਬਿੰਦ ਕੋ ਕਰ ਦਰਸ਼ਨ, ਮਨ ਮਾਨਿਓ ਹਮ ਪਏ ਨਿਹਾਲ। ਲੋ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਬਾਲ ਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਨੂਰਾਨੀ ਦੀਦਾਰ ਕਰਕੇ ਮਹਾਦੇਵ ਜੀ ਬਹੁਤ ਪ੍ਰਸੰਨ ਹੋਏ ਨੇ। ਉਹਨਾਂ ਨੇ ਆਪਣੇ ਮਨ ਵਿੱਚ ਇਹ ਸਮਝਿਆ ਵੀ ਅਸੀਂ ਨਿਹਾਲ ਹੋ ਗਏ। ਹੁਣ ਗੁਰੂ ਅਰਜਨ ਦੇਵ ਮਹਾਰਾਜ ਤੇ ਪ੍ਰਤੱਖ ਹਰ ਸਾਖਸ਼ਾਤ ਵਾਹਿਗੁਰੂ ਦਾ ਸਰੂਪ ਨੇ। ਫਿਰ ਉਹਨਾਂ ਦੀ ਗੋਦ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਨੇ। ਦੋਨੋਂ ਸਤਿਗੁਰੂ ਸਾਹਿਬਾਨ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਹਨ। ਸ਼੍ਰੀ ਗੁਰੂ ਰਾਮਦਾਸ ਕੁਲ ਪ੍ਰਾਚੀ, ਉਦਯਤ ਚੰਦ ਮਨਿੰਦ ਆਨੰਦ। ਲੋ ਮਹਾਦੇਵ ਜੀ ਕੀ ਸੋਚ ਰਹੇ ਨੇ? ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀਆਂ ਦੀ ਕੁਲ ਵਿੱਚ ਪੈਦਾ ਹੋਏ ਨੇ, ਜਿਨ੍ਹਾਂ ਨੂੰ ਸੋਢੀ ਸੁਲਤਾਨ ਕਰਕੇ ਯਾਦ ਕੀਤਾ ਜਾਂਦਾ ਹੈ। ਉਹ ਤੇ ਪ੍ਰਾਚੀ ਪੂਰਬ ਦਿਸ਼ਾ ਵਾਂਗ ਨੇ ਤੇ ਮਾਨੋ ਜਿਵੇਂ ਪੂਰਬ ਦਿਸ਼ਾ ਤੋਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਦਾ ਹੈ ਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪੂਰਨਮਾਸ਼ੀ ਦੇ ਚੰਦਰਮਾ ਵਾਂਗੂ ਸੋਹਣੇ ਮੁਖ ਦਾ ਪ੍ਰਕਾਸ਼ ਦਿਖਾਈ ਦੇ ਰਿਹਾ ਹੈ। ਉਜਲ ਦਿਪ ਹੈ ਜਾਮਨੀ ਸਿੱਖੀ, ਗਿਆਨਵਾਨ ਸਿੱਖ ਜੁਤ ਓਡ ਬ੍ਰਿੰਦ। ਲੋਕ ਕਵੀ ਜੀ ਕਹਿੰਦੇ ਨੇ ਜਿਨ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਬੜੀ ਉਜਲ ਨਜ਼ਰ ਆਉਂਦੀ ਹੈ, ਇਸੇ ਤਰ੍ਹਾਂ ਜਿਹੜੀ ਗੁਰੂ ਨਾਨਕ ਦੀ ਸਿੱਖੀ ਹੈ ਇਹ ਮਾਨੋ ਬੜੀ ਉਜਲ ਉਸ ਚੰਦਰਮਾ ਦੀ ਚਾਨਣੀ ਰਾਤ ਦੇ ਸਮੇਂ ਪ੍ਰਕਾਸ਼ ਰਹੀ ਹੈ। ਤੇ ਜਿਹੜੇ ਗਿਆਨਵਾਨ ਗੁਰਸਿੱਖ ਨੇ, ਬ੍ਰਹਮ ਗਿਆਨੀ ਗੁਰਸਿੱਖ ਮਾਈ ਭਾਈ ਨੇ, ਉਹ ਤਾਰਿਆਂ ਵਾਂਗੂ ਚਮਕ ਰਹੇ ਨੇ। ਪੂਰਨਮਾਸ਼ੀ ਦੀ ਰਾਤ ਵਾਂਗ ਗੁਰਸਿੱਖੀ ਹੈ ਤੇ ਜਿਹੜੇ ਮਹਾਂਪੁਰਖ ਨੇ ਬ੍ਰਹਮ ਗਿਆਨੀ ਗੁਰੂ ਦੇ ਪਿਆਰ ਵਾਲੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਉਹ ਤਾਰਿਆਂ ਵਾਂਗੂ ਚਮਕ ਰਹੇ ਹਨ। ਸੰਗਤ ਦੇਸ਼ ਵਿਦੇਸ਼ਨ ਕੀ ਗਾਨ, ਕਾਨਨ ਕੈਵਰ ਕੋ ਬਖਸ਼ਿੰਦ। ਲੋਕ ਕਵੀ ਜੀ ਕਹਿੰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਗੁਰੂ ਕੀ ਸੰਗਤ ਹੈ ਇਹ ਮਾਨੋ ਕਵੀਆਂ ਦਾ ਇੱਕ
ਫੁੱਲ ਦਾ ਨਾਮ ਹੈ ਕੈਰਵ, ਜਿਹਨੂੰ ਕਵੀ ਕਹਿੰਦੇ ਨੇ। ਉਹਨਾਂ ਦਾ ਜੰਗਲ ਹੈ, ਉਹਨਾਂ ਦਾ ਬਾਗ ਹੈ। ਤੇ ਜਿਹੜੀਆਂ ਕਵੀਆਂ ਨੇ ਚੰਦਰਮਾ ਨੂੰ ਵੇਖ ਕੇ ਖਿੜਦੀਆਂ ਨੇ। ਇਸੇ ਤਰ੍ਹਾਂ ਜਿਤਨੀਆਂ ਵੀ ਗੁਰਸਿੱਖ ਸੰਗਤਾਂ ਨੇ ਪੂਰਨਮਾਸ਼ੀ ਵਾਂਗੂ ਗੁਰੂ ਮਹਾਰਾਜ ਦੇ ਦੀਦਾਰ ਕਰਕੇ ਬਹੁਤ ਪ੍ਰਸੰਨ ਹੋ ਰਹੇ ਹਨ। ਦੁਸ਼ਟ ਪ੍ਰਫੁੱਲਤ ਹੋਏ ਜਿਤ ਕਿਤ ਜੋ ਮੁਰ ਜਾਵੇਂ ਮੁਖ ਮੰਦ ਅਰਬਿੰਦ। ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਨੂੰ ਵੇਖ ਕੇ ਕਮਲ ਦੇ ਫੁੱਲ ਮੁਰਝਾ ਜਾਂਦੇ ਨੇ, ਇਸੇ ਤਰ੍ਹਾਂ ਵੀ ਜਿਹੜੇ ਦੁਸ਼ਟ ਲੋਕ ਨੇ, ਗੁਰੂ ਘਰ ਦੇ ਨਾਲ ਈਰਖਾ ਦਵੈਸ਼ ਦੁਸ਼ਮਣੀ ਕਰਨ ਵਾਲੇ ਲੋਕ ਨੇ, ਉਹ ਜਿੱਥੇ ਕਿਤੇ ਬੜੇ ਪ੍ਰਫੁੱਲਤ ਹੋ ਰਹੇ ਸਨ। ਪਰ ਜਦੋਂ ਗੁਰੂ ਦੇ ਪ੍ਰਤਾਪ ਦਾ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਿਆ, ਉਹ ਵੀ ਮੁਰਝਾ ਗਏ ਕਮਲ ਦੇ ਫੁੱਲ ਵਾਂਗੂ। ਉਹਨਾਂ ਦੇ ਵੀ ਮੁਖ ਉਦਾਸ ਹੋ ਗਏ। ਜਿਮ ਕਸ਼ਪ ਘਰ ਸੂਰਜ ਜਨਮਿਓ ਸ਼੍ਰੀ ਅਰਜਨ ਕੇ ਹਰ ਗੋਬਿੰਦ। ਲੋ ਕਵੀ ਜੀ ਨੇ ਪਹਿਲਾਂ ਪੂਰਨਮਾਸ਼ੀ ਦੇ ਚੰਦਰਮਾ ਦਾ ਅਲੰਕਾਰ ਖਿੱਚਿਆ ਤੇ ਹੁਣ ਸੂਰਜ ਦਾ ਅੱਗੇ ਰੂਪਕ ਬਿਆਨ ਕਰਦੇ ਹਨ। ਜਿਵੇਂ ਕਸ਼ਪ ਰਿਸ਼ੀ ਦੇ ਘਰ ਦੇ ਵਿੱਚ, ਇਹ ਪੌਰਾਣਿਕ ਕਥਾ ਹੈ, ਇਹ ਸੂਰਜ ਨੇ ਜਨਮ ਲਿਆ ਸੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਗਟ ਹੋਏ। ਨਿਸਾ ਅਵਿਦਿਆ ਨਾਸ਼ਨ ਕੀਨਸ ਅੰਧ ਔਲੂਕ ਜੇ ਨਿੰਦਕ ਨਿੰਦ। ਲੋ ਜਿਹੜੀ ਅਵਿਦਿਆ ਦੀ ਰਾਤ ਹੈ ਉਹ ਨਾਸ਼ ਕਰ ਦਿੱਤੀ ਹੈ। ਕਿਉਂ? ਜਦੋਂ ਸੂਰਜ ਚੜ੍ਹਦਾ ਹੈ ਰਾਤ ਦੂਰ ਹੋ ਜਾਂਦੀ ਹੈ। ਜਦੋਂ ਗਿਆਨ ਦੇ ਸੂਰਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਨੇ, ਉਹਨਾਂ ਨੇ ਅਵਿਦਿਆ ਦੀ ਰਾਤ ਨਾਸ਼ ਕਰ ਦਿੱਤੀ ਹੈ। ਤੇ ਜਿਹੜੇ ਨਿੰਦਿਆ ਕਰਨ ਵਾਲੇ ਨਿੰਦਕ ਲੋਕ ਨੇ, ਉੱਲੂਆਂ ਵਾਂਗੂ ਅੰਨੇ ਹੋ ਗਏ ਨੇ। ਕਿਉਂ? ਉੱਲੂ ਇੱਕ ਇਹੋ ਜਿਹਾ ਜਾਨਵਰ ਹੈ, ਜਦੋਂ ਸੂਰਜ ਚੜ੍ਹਦਾ ਉਹਨੂੰ ਦਿਸਣੋਂ ਹਟ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਗੁਰੂ ਮਹਾਰਾਜ ਸੂਰਜ ਵਾਂਗੂ ਚਮਕੇ ਤੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਉੱਲੂ ਵਾਂਗੂ ਅੰਨੇ ਹੋ ਗਏ। ਸੰਤ ਅਨੰਤ ਕਮਲ ਬਿਗਸੰਤ ਹੈ ਚਪੇ ਚੋਰ ਦਰੋਹੀ ਦੁਖ ਬ੍ਰਿੰਦ। ਲੋ ਜਿਹੜੇ ਸਿਮਰਨ ਕਰਨ ਵਾਲੇ, ਸਵਾਸ ਸਵਾਸ ਨਾਮ ਜਪਣ ਵਾਲੇ ਮਹਾਂਪੁਰਖ ਨੇ, ਉਹ ਬੇਅੰਤ ਕਮਲ ਦੇ ਫੁੱਲ ਵਾਂਗੂ ਖਿੜ ਪਏ ਨੇ। ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਪੈਂਦੇ ਨੇ। ਕਿਉਂ? ਸਤਿਗੁਰੂ ਦੇ ਦੀਦਾਰ ਕਰਕੇ। ਤੇ ਜਿਹੜੇ ਮਹਾਂਪੁਰਖ ਨੇ, ਗੁਰਸਿੱਖ ਸੰਤ ਮਹਾਂਪੁਰਖ ਨੇ, ਕਮਲ ਦੇ ਫੁੱਲਾਂ ਵਾਂਗੂ ਖਿੜ ਗਏ ਨੇ। ਚਪੇ ਚੋਰ ਦਰੋਹੀ ਦੁਖ ਬ੍ਰਿੰਦ। ਤੇ ਜਿਹੜੇ ਗੁਰੂ ਘਰ ਦੇ ਦਰੋਹੀ ਵੈਰੀ ਨੇ, ਦਰੋਹੀ ਨੇ, ਦਵੈਸ਼ ਕਰਨ ਵਾਲੇ ਨੂੰ ਦਰੋਹੀ ਕਹਿੰਦੇ ਨੇ, ਤੇ ਉਹ ਚੋਰਾਂ ਵਾਂਗੂ ਚਿੜ ਗਏ ਨੇ। ਕਿਉਂਕਿ ਜਦੋਂ ਸੂਰਜ ਚੜ੍ਹਦਾ ਹੈ, ਹੁਣ ਚੋਰਾਂ ਨੂੰ ਚੋਰੀ ਕਰਨ ਦਾ ਮੌਕਾ ਨਹੀਂ ਮਿਲਦਾ। ਲੋਕ ਜਾਗ ਪੈਂਦੇ ਨੇ ਤੇ ਚਾਨਣੇ, ਸੂਰਜ ਦੇ ਚਾਨਣ ਵਿੱਚ ਚੋਰੀ ਕਰਨੀ ਅਸੰਭਵ ਹੋ ਜਾਂਦੀ ਹੈ। ਉਹ ਚੋਰਾਂ ਵਾਂਗੂ ਚਿੜ ਗਏ ਹਨ ਤੇ ਬੜੇ ਦੁਖੀ ਹੋ ਰਹੇ ਹਨ। ਤੁਰਕ ਤੇਜ ਤਮ ਪਤ ਕੋ ਤਾੜਤ ਤ੍ਰਿਸ਼ ਕ੍ਰਿਤ ਤਾਰਨ ਵੀਰਨ ਦੁੰਦ। ਲੋਕ ਕਵੀ ਜੀ ਕਹਿੰਦੇ ਨੇ ਜਿਹੜਾ ਤੁਰਕਾਂ ਦੀ ਹਕੂਮਤ ਦਾ ਤੇਜ ਹੈ, ਤੁਰਕਾਂ ਦਾ ਰਾਜ ਤੇਜ ਹੈ, ਤਮ ਪਤ, ਇਹ ਚੰਦਰਮਾ ਵਾਂਗੂ। ਜਦੋਂ ਸੂਰਜ ਚੜ੍ਹਦਾ ਹੈ ਨਾ, ਉਸ ਵੇਲੇ ਚੰਦਰਮਾ ਵੀ ਗਾਇਬ ਹੋ ਜਾਂਦਾ ਹੈ। ਇਉਂ ਗੁਰੂ ਮਹਾਰਾਜ ਦਾ ਪ੍ਰਤਾਪ ਤੁਰਕਾਂ ਦੇ ਤੇਜ ਨੂੰ ਵੀ ਤਾੜ ਰਿਹਾ ਹੈ। ਤਿਸਕਰੇ ਤਾਰਨ ਵੀਰਨ ਬ੍ਰਿੰਦ। ਜਿਹੜੇ ਉਹਨਾਂ ਦੇ ਸੂਰਮੇ ਨੇ, ਬੜੇ ਬੜੇ ਮੁਗਲ ਪਠਾਨ ਸਿਪਾਹੀ, ਤੇ ਉਹਨਾਂ ਨੂੰ ਵੀ ਤਿਰਸਕ੍ਰਿਤ ਤੋਂ ਭਾਵ ਹੁੰਦਾ ਹੈ, ਉਹਨੂੰ ਵੀ ਤਿਰਸਕਾਰ ਰਿਹਾ ਹੈ, ਉਹਨਾਂ ਨੂੰ ਵੀ ਮਾਤ ਪਾ ਰਿਹਾ। ਜਿਹੜੇ ਬੜੇ ਬੜੇ ਸੂਰਮੇ ਨੇ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੇਜ ਨੂੰ ਝੱਲ ਨਹੀਂ ਸਕਦੇ। ਇਮ ਅਨੁਮਾਨਤ ਮਹਾਦੇਵ ਮਨ ਪ੍ਰੇਮ ਕਰੇ ਬਹੁਲੀਨ ਉਸ਼ੰਗ। ਕਵੀ ਜੀ ਨੇ ਦੋ ਰੂਪ ਖਿੱਚੇ ਨੇ, ਇੱਕ ਤੇ ਪੂਰਨਮਾਸ਼ੀ ਦੇ ਚੰਦਰਮਾ ਦਾ ਤੇ ਦੂਜਾ ਸੂਰਜ ਦਾ। ਤੇ ਇਸ ਤਰ੍ਹਾਂ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਟੁਕਦੇ ਨੇ। ਇਹ ਅਨੁਮਾਨ ਕਰਦਿਆਂ ਹੋਇਆਂ ਮਹਾਦੇਵ ਜੀ ਆਪਣੇ ਮਨ ਦੇ ਵਿੱਚ ਬੜਾ ਪ੍ਰੇਮ ਕਰਕੇ ਆਏ ਨੇ। ਤੇ ਉਹਨਾਂ ਨੇ ਆਉਣ ਸਾਰ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੋਦ ਵਿੱਚ ਚੁੱਕ ਲਿਆ। ਮੋਹਿ ਸੁਨਾਵਹੁ ਦਰੋਹ ਦੁਸ਼ਟ ਕੋ ਤਰੋਹ ਕੀਨ ਜਿਵੇਂ ਮਿਲ ਦ੍ਰਿਜ ਸੰਗ। ਲੋਕ ਮਹਾਦੇਵ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਨੂੰ, ਮਹਾਰਾਜ ਮੈਨੂੰ ਉਸ ਦੁਸ਼ਟ
ਹੁਣ ਪ੍ਰਿਥਵੀ ਬਾਰੇ ਸ਼ਬਦ ਵਰਤਿਆ ਜਾ ਰਿਹਾ ਵੀ ਉਸ ਦੁਸ਼ਟ ਨੇ ਜੋ ਗੁਰੂ ਘਰ ਦੇ ਨਾਲ ਦਰੋਹ ਕੀਤਾ, ਕਪਟ ਕੀਤਾ, ਛਲ ਕੀਤਾ, ਉਹਦੇ ਬਾਰੇ ਮੈਨੂੰ ਦੱਸੋ, ਕਿਉਂਕਿ ਮੈਨੂੰ ਪਤਾ ਲੱਗਿਆ ਹੈ ਵੀ ਬ੍ਰਾਹਮਣ ਦੇ ਨਾਲ ਮਿਲ ਕੇ ਉਸ ਨੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਸੀ। ਰਖਿਅਕ ਪਾਰ ਬ੍ਰਹਮ ਗੁਰ ਨਾਨਕ ਕਿਮ ਸਹਾਏ ਕੀਨ ਸਮ੍ਰਿਧ ਅੰਗ। ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੜੇ ਕੋਮਲ ਅੰਗ ਨੇ, ਬੜਾ ਸੋਹਣਾ ਸਰੀਰ ਹੈ, ਹਾਲੇ ਬੱਚੇ ਸਨ, ਤੇ ਅਕਾਲ ਪੁਰਖ ਵਾਹਿਗੁਰੂ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਉਹਨਾਂ ਦੀ ਸਹਾਇਤਾ ਕੀਤੀ, ਕਿਵੇਂ ਸਾਰਾ ਬਰਤਾਂਤ ਹੋਇਆ, ਉਹਦੇ ਬਾਰੇ ਚਾਨਣਾ ਪਾਓ। ਪ੍ਰਤਕ ਕਰਿਓ ਕਿਮ ਜਨਨੀ ਦਾਸਨ ਤਿਆਗ ਸਰਬਹੀ ਭਏ ਨ ਸੰਗ। ਤੇ ਮਹਾਰਾਜ ਹੋਇਆ ਕਿਵੇਂ? ਸਾਹਿਬਜ਼ਾਦੇ ਨੂੰ ਮਾਤਾ ਗੰਗਾ ਜੀ ਤੋਂ ਹੋਰ ਸੇਵਾਦਾਰ ਸਨ, ਉਹਨਾਂ ਤੋਂ ਵੱਖ ਕਿਵੇਂ ਕਰ ਲਿਆ ਗਿਆ, ਤੇ ਜੋ ਕੁਝ ਭਾਣਾ ਵਰਤਿਆ ਹੈ ਉਹ ਕਿਵੇਂ ਹੋਇਆ ਹੈ, ਇਹ ਮੇਰੀ ਗੱਲ ਸਮਝ ਤੋਂ ਬਾਹਰ ਹੈ। ਤਿਆਗ ਸਰਬ ਹੀ ਪਏ ਨਸੰਗ, ਉਹ ਸਾਹਿਬਜ਼ਾਦੇ ਨੂੰ ਸਾਰੇ ਹੀ ਛੱਡ ਕੇ ਨਸੰਗ ਹੋ ਗਏ, ਬੇਪਰਵਾਹ ਹੋ ਗਏ, ਉਹਨਾਂ ਨੂੰ ਫਿਕਰ ਹੀ ਕੋਈ ਨਹੀਂ ਰਿਹਾ। ਸ਼੍ਰੀ ਅਰਜਨ ਕਹੇ ਦਿਜ ਇਹ ਬੈਠਿਓ ਇਸ ਕੋ ਬੂਝ ਲਿਓ ਸਭ ਬਾਤ। ਮਹਾਦੇਵ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਿਵੇਂ ਸਾਰਾ ਕੁਝ ਹੋਇਆ ਸੀ, ਉਹਦੇ ਬਾਰੇ ਚਾਨਣਾ ਪਾਓ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਬ੍ਰਾਹਮਣ ਬੈਠਾ ਸੀ ਖੰਡਾਵਾ, ਜਿਹਨੇ ਸਾਰਾ ਕਾਰਾ ਕੀਤਾ ਸੀ। ਹਜ਼ੂਰ ਨੇ ਕਿਹਾ ਸਾਹਮਣੇ ਬੈਠਾ ਬ੍ਰਾਹਮਣ, ਤੁਸੀਂ ਇਹਨੂੰ ਪੁੱਛ ਲਵੋ, ਸਾਰੀ ਗੱਲ ਦੱਸ ਦੇਵੇਗਾ। ਏਕਾਕੀ ਸਭ ਹਿਨ ਤੇ ਕੀਨਸ ਉਪਰਲੇ ਗਮਨਿਓ ਦਦ ਖਵਾਤ। ਇਸ ਬ੍ਰਾਹਮਣ ਨੇ ਕੀ ਕੀਤਾ, ਕੱਲਾ ਹੀ ਸਾਹਿਬਜ਼ਾਦੇ ਨੂੰ ਚੁਬਾਰੇ ਦੇ ਉੱਪਰ ਲੈ ਗਿਆ ਸੀ, ਤੇ ਉੱਥੇ ਜਾ ਕੇ ਜ਼ਹਿਰ ਦੀ ਪੂੜੀ ਪਾ ਕੇ ਤੇ ਸਾਹਿਬਜ਼ਾਦੇ ਨੂੰ ਦਹੀਂ ਖਵਾਉਣ ਦਾ ਯਤਨ ਕਰਨ ਲੱਗਿਆ। ਸਹਿਜ ਸੁਭਾਇਕ ਰਹੇ ਸਗਲ ਨਰ ਲਖਿਓ ਨ ਕਿਨਹੂ ਇਹ ਬਿਰਤਾਂਤ। ਮਾਤਾ ਗੰਗਾ ਜੀ ਵੀ ਸੇਵਾਦਾਰ ਵੀ ਸਾਰੇ ਸੁਤੇ ਸਦੀ ਜਿਵੇਂ ਘਰ ਦੇ ਵਿੱਚ ਰਹਿੰਦੇ ਨੇ, ਉਹ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜੀ ਸਨ, ਕੋਈ ਸੇਵਾ ਦੇ ਵਿੱਚ, ਕੋਈ ਕਿਸੇ ਪਾਸੇ, ਪਰ ਕਿਸੇ ਨੂੰ ਇਸ ਬਿਰਤਾਂਤ ਦੇ ਬਾਰੇ ਪਤਾ ਹੀ ਨਹੀਂ ਲੱਗ ਸਕਿਆ ਵੀ ਹੋਇਆ ਕਿਵੇਂ ਹੈ। ਰੋਦਤ ਉੱਚ ਪੁਕਾਰਤ ਜਬ ਹੂੰ ਅਨਵਾਇਓ ਹਮਨੇ ਤਿਸ ਭਾਂਤ। ਫਿਰ ਸਾਹਿਬਜ਼ਾਦੇ ਨੇ ਬੜੀ ਉੱਚੀ ਆਵਾਜ਼ ਦੇ ਵਿੱਚ ਰੋਣ ਦੀ ਆਵਾਜ਼ ਕੀਤੀ, ਤੇ ਜਦੋਂ ਉੱਚੀਆਂ ਚੀਕਾਂ ਮਾਰੀਆਂ ਸਾਹਿਬਜ਼ਾਦੇ ਨੇ, ਤੇ ਫਿਰ ਅਸੀਂ ਸੇਵਾਦਾਰ ਭੇਜ ਕੇ ਬ੍ਰਾਹਮਣ ਨੂੰ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੋਲ ਬੁਲਾ ਲਿਆ। ਦਦੀ ਖੁਲਾਏ ਰਹੇ ਨਾ ਖਾਈ ਕੂਕਰ ਖਾਈ ਮਰਿਓ ਤੁਰੰਤ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਵੀ ਆਪ ਵੀ ਆਪਣੇ ਹੱਥ ਵਿੱਚ ਦਹੀਂ ਲੈ ਕੇ ਸਾਹਿਬਜ਼ਾਦੇ ਨੂੰ ਖਵਾਉਣ ਦਾ ਯਤਨ ਕੀਤਾ, ਪਰ ਸਾਹਿਬਜ਼ਾਦੇ ਨੇ ਦਹੀਂ ਖਾਧਾ ਨਹੀਂ, ਤੇ ਅਸੀਂ ਉਹ ਕੁੱਤੇ ਨੂੰ ਪਾ ਦਿੱਤੀ। ਪਰ ਜਦੋਂ ਕੁੱਤੇ ਨੇ ਉਸ ਦਹੀਂ ਨੂੰ ਖਾਧਾ, ਜ਼ਹਿਰ ਮਿਲੀ ਹੋਈ ਸੀ, ਉਹ ਤੜਫ ਤੜਫ ਕੇ ਉਦੋਂ ਹੀ ਮਰ ਗਿਆ, ਮੌਤ ਦੇ ਹਵਾਲੇ ਹੋ ਗਿਆ। ਮਹਾਦੇਵ ਸੋ ਦਿਜਨੇ ਭਾਖੀ ਡੂਬਤ ਪ੍ਰਸਿਆ ਪਾਪ ਕਰੰਤ। ਲੋ ਮਹਾਦੇਵ ਨੇ ਬ੍ਰਾਹਮਣ ਨੂੰ ਆਖਿਆ, ਕਹਿਣ ਲੱਗੇ ਮਹਾਦੇਵ ਸੋ ਦਿਜਨੇ ਭਾਖੀ। ਬ੍ਰਾਹਮਣ ਅੱਗੋਂ ਬੋਲਿਆ, ਪਹਿਲਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਖੇਪ ਜੀ ਗੱਲ ਬਿਆਨ ਕੀਤੀ, ਹੁਣ ਉਹ ਬ੍ਰਾਹਮਣ ਆਪਣੇ ਮੂੰਹੋਂ ਮਹਾਦੇਵ ਜੀ ਨੂੰ ਦੱਸਣ ਲੱਗਿਆ, ਕਹਿਣ ਲੱਗਾ ਦੇਖੋ ਪ੍ਰਿਥਵੀ ਆਪ ਤੇ ਪਾਪ ਦੇ ਖੂਹ ਵਿੱਚ ਡੋਬੀ ਰਿਹਾ ਸੀ, ਤੇ ਮੈਨੂੰ ਵੀ ਉਹ ਨਾਲ ਹੀ ਡੁੱਬਣ ਲੱਗਿਆ ਸੀ। ਮੁਝ ਕੋ ਭੀ ਗਹਿ ਲਗਿਓ ਡੁਬਾਵਨ ਆਪਣੇ ਸੰਗ ਅਦਕ ਆਗਵੰਤ। ਲੋਏ ਪ੍ਰਿਥਵੀ ਐਸਾ ਦੁਸ਼ਟ ਹੈ, ਉਹ ਮੈਨੂੰ ਵੀ ਪਕੜ ਕੇ ਨਾਲ ਹੀ ਪਾਪਾਂ ਦੇ ਖੂਹ ਵਿੱਚ ਡੋਬਣ ਲੱਗਿਆ ਸੀ, ਤੇ ਉਹ ਆਪ ਤੇ ਬੜਾ ਵੱਡਾ ਪਾਪੀ ਹੈ, ਤੇ ਮੈਨੂੰ ਵੀ ਨਾਲ ਉਸਨੇ ਇਸ ਕੰਮ ਲਈ ਤਿਆਰ ਕਰ ਲਿਆ। ਕਰਾਮਾਤ ਸਾਹਿਬ ਗੁਰ ਨੰਦਨ ਅੰਤਰ ਜਾਮੀ ਸਰਬ ਲਖੰਤ। ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਤਰਜਾਮੀ ਸਨ, ਕਰਾਮਾਤ ਦੇ ਮਾਲਕ ਨੇ, ਤੇ ਉਹਨਾਂ ਨੇ ਸਾਰਾ ਮੇਰਾ ਭੇਦ ਸਮਝ ਲਿਆ ਵੀ ਇਹ ਬ੍ਰਾਹਮਣ ਛਲ ਧੋਖੇ ਦੇ ਨਾਲ ਸਾਨੂੰ ਮਾਰਨਾ ਚਾਹੁੰਦਾ। ਪਾਪ ਜਾਣ ਕੇ ਅਜਿਓ ਨ ਮੁਖ ਮਹਿ ਮੈਂ ਬਚ ਰਹਿਓ ਸੋ ਨਰਕ ਪਰੰਤ। ਬ੍ਰਾਹਮਣ ਕਹਿੰਦਾ ਵੀ ਇਹ ਪਾਪ ਜਾਣ ਕੇ ਵੀ ਪਾਪ ਕਰ ਰਹੇ ਨੇ ਰਲ ਕੇ, ਤੇ ਸਾਹਿਬਜ਼ਾਦੇ ਨੇ ਦਹੀਂ ਨਹੀਂ ਖਾਧਾ, ਕਿ ਰੋਜ਼ ਖਾਂਦੇ ਸੀ, ਪਰ ਅੱਜ ਤਾਂ ਨਹੀਂ ਖਾਂਦਾ ਵੀ ਇਹਦੇ ਵਿੱਚ ਜ਼ਹਿਰ ਮਿਲੀ ਹੋਈ ਸੀ, ਤੇ ਇਹ ਇੱਕ ਚੰਗਾ ਵੀ ਹੋਇਆ। ਤੇ ਜੇ ਕਿਤੇ ਗੁਰੂ ਮਹਾਰਾਜ ਸਹਿਜ ਸੁਭਾ ਦਹੀਂ ਛਕ ਲੈਂਦੇ
ਤੇ ਕੁਝ ਹੋ ਜਾਂਦਾ ਤੇ ਮੈਂ ਵੀ ਨਰਕਾਂ ਵਿੱਚ ਜਾ ਕੇ ਡਿੱਗਣਾ ਸੀ, ਤੇ ਜੇ ਇਹਨਾਂ ਨੇ ਦਹੀਂ ਨਹੀਂ ਖਾਦਾ ਮੈਂ ਵੀ ਨਰਕਾਂ ਵਿੱਚ ਪੈਣ ਤੋਂ ਬਚ ਗਿਆ ਹਾਂ। ਆਤਮਾ ਉਦਾਹਰਨ ਬਿਰਧ ਸੰਭਾਰਿਓ ਬਖਸ਼ਿਓ ਕਿਰਪਾ ਕਰੀ ਭਗਵੰਤ। ਲਓ ਪਰਮੇਸ਼ਰ ਰੂਪ ਸਤਿਗੁਰੂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ। ਭਾਵੇਂ ਮੈਂ ਪਾਪੀ ਸੀ, ਪਾਪੀ ਜਾਣ ਕੇ ਵੀ ਆਪਣੇ ਪਾਪੀਆਂ ਦੇ ਉਦਾਹਰਣ ਦੇ ਬਿਰਧ ਨੂੰ ਸੰਭਾਲਿਆ। ਕਿਉਂ? ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਸੁਭਾਵ ਹੈ, ਉਹਦਾ ਬਿਰਧ ਹੈ। ਜੈਸਾ ਬਾਲਕ ਪਾਏ ਸੁਬਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਂਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਵਾਹਿਗੁਰੂ ਦਾ ਬਿਰਧ ਹੈ, ਔਗਣ ਕੀਤੇ ਹਰ ਨਾ ਚਿਤਾਰੇ। ਉਹ ਪਾਪੀਆਂ ਨੂੰ ਉਦਾਹਰਣ ਦਾ ਬਿਰਧ ਸੰਭਾਲਿਆ, ਮੈਨੂੰ ਬਖਸ਼ ਦਿੱਤਾ। ਕੌਣ ਕੌਣ ਗੁਣ ਇਨਕੇ ਉਚਰੋਂ ਜਾਣੇ ਪਰੈ ਅਵੈ ਅਗਹੰਤ। ਬ੍ਰਾਹਮਣ ਕਹਿੰਦਾ ਮੈਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਿਹੜੇ ਕਿਹੜੇ ਗੁਣ ਦੱਸਾਂ। ਹੁਣ ਮੈਨੂੰ ਤੇ ਇਉਂ ਜਾਪਦਾ ਵੀ ਇਹ ਪਾਪਾਂ ਨੂੰ ਨਾਸ਼ ਕਰਨ ਵਾਸਤੇ ਸੰਸਾਰ ਵਿੱਚ ਆਏ ਹਨ। ਮਹਾਪੁਰਖ ਅਵਤਾਰ ਜੋ ਪੂਰਨ ਕਾਜ ਕਰਨ ਹਿਤ ਨਰ ਧਨਵੰਤ। ਹਾਂ, ਮਹਾਪੁਰਖ ਜੋ ਅਕਾਲ ਪੁਰਖ ਹੈ ਉਸ ਨੇ ਵੀ ਆਪਣਾ ਕੋਈ ਕਾਰਜ ਸੰਪੂਰਨ ਕਰਨ ਵਾਸਤੇ, ਕਿਉਂਕਿ ਜੰਗ ਯੁੱਧ ਕਰਨੇ ਸਨ, ਦੁਸ਼ਟਾਂ ਮਲੀਸਾਂ ਦਾ ਨਾਸ਼ ਕਰਨਾ ਸੀ, ਇਸ ਕੰਮ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਮਨੁੱਖੀ ਸਰੀਰ ਧਾਰਨ ਕੀਤਾ ਹੈ। ਬਿਸਮੈ ਮਹਾਦੇਵ ਪੁਨ ਭਾਖੀ ਮੈਂ ਸਮਝਾਏ ਰਹਿਓ ਅਬ ਜਾਏ। ਹੈਰਾਨ ਹੋ ਕੇ ਸਾਰੀ ਗੱਲ ਸੁਣ ਕੇ ਮਹਾਦੇਵ ਜੀ ਨੇ ਹੈਰਾਨ ਹੋ ਕੇ ਆਖਿਆ, ਕਹਿਣ ਲੱਗੇ ਦੇਖੋ ਮੈਂ ਵੀ ਹੁਣ ਪ੍ਰਿਥਵੀ ਦੇ ਪਾਸ ਜਾ ਕੇ ਉਹਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਵੀ ਕਿਸੇ ਤਰੀਕੇ ਦੇ ਨਾਲ ਉਹ ਬਾਜ ਆ ਜਾਵੇ, ਅੱਗੇ ਲਈ ਕੋਈ ਗਲਤੀ ਨਾ ਕਰੇ। ਅਗ ਧੀਰਗ ਨੈ ਤਿਸੈ ਦਬਾਇਓ ਸੁਨ ਸ਼ੁਭ ਬਾਤ ਨਹੀਂ ਮੰਨ ਲਿਆਏ। ਪਰ ਉਹਨੂੰ ਪਤਾ ਨਹੀਂ ਕਿਹੜੇ ਵੱਡੇ ਪਾਪ ਨੇ ਆਪਣੇ ਹੇਠਾਂ ਦਬਾਇਆ ਹੋਇਆ ਹੈ। ਮੈਂ ਕੋਈ ਚੰਗੀ ਜਿਹੜੀ ਸਿੱਖਿਆ ਦਿੱਤੀ ਹੈ, ਚੰਗੀ ਗੱਲ ਉਹ ਮਨ ਵਿੱਚ ਲਿਆਉਂਦਾ ਹੀ ਨਹੀਂ ਹੈ। ਦਿੱਲੀ ਗਮਨ ਹੈ ਤੁਰ ਕੇ ਅਗਾਰੀ ਦੀਨ ਹੋਹੇਗੇ ਬਿਨ ਅਲਾਏ। ਮੈਂ ਹੁਣੇ ਸਾਰਾ ਕੁਝ ਭੇਤ ਲੈ ਕੇ ਆਇਆ ਹਾਂ, ਉਹ ਹੁਣ ਦਿੱਲੀ ਨੂੰ ਜਾ ਰਿਹਾ। ਉੱਥੇ ਤੁਰਕਾਂ ਦੀ ਅੱਗੇ ਜਾ ਕੇ ਮਿੰਨਤਾਂ ਤਰਲੇ ਕਰੇਗਾ, ਬੇਨਤੀਆਂ ਕਰੇਗਾ, ਲਿਲੜੀਆਂ ਕੱਢੇਗਾ। ਹਮਰੇ ਵੱਡਿਆਂ ਕੇ ਪਗ ਪਰਤੇ ਅਸ ਵਡਿਆਈ ਲਖੇ ਨ ਕਾਏ। ਲੋ ਜਿਹੜੇ ਬਾਦਸ਼ਾਹ ਲੋਕ ਸਨ, ਕਿੱਥੇ ਵੱਡੇ ਸਤਿਗੁਰੂ ਸਾਹਿਬਾਨ ਦੇ ਆ ਕੇ ਚਰਨੀ ਪੈਂਦੇ ਸਨ। ਬਾਬਰ ਵੀ ਚਰਨੀ ਪਿਆ, ਹਮਾਯੂ ਵੀ ਚਰਨੀ ਪਿਆ, ਅਕਬਰ ਵੀ ਚਰਨੀ ਪਿਆ, ਪਰ ਇਹ ਵੱਡਿਆਂ ਦੀ ਵਡਿਆਈ ਨੂੰ ਸਮਝ ਹੀ ਨਹੀਂ ਸਕਦਾ। ਬੜੋ ਬੈਸ ਮਹਿ ਅਲਪ ਬੁੱਧ ਜਿਸ ਪਾਪ ਬਾਦ ਬਿਨ ਬੋਲਤ ਨਾ ਹੈ। ਮਹਾਦੇਵ ਜੀ ਕਹਿੰਦੇ ਭਾਵੇਂ ਉਮਰ ਤੇ ਉਹਦੀ ਵੱਡੀ ਹੈ, ਸਾਡੇ ਨਾਲੋਂ ਉਮਰ ਵਿੱਚ ਵੱਡਾ ਹੈ, ਪਰ ਉਹਦੀ ਬੁੱਧੀ ਬਹੁਤ ਛੋਟੀ ਹੈ। ਪਾਪ ਤੇ ਝਗੜੇ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਕਰਦਾ। ਉਹਦੇ ਮਨ ਦੇ ਵਿੱਚ ਕਪਟ ਹੈ, ਪਾਪ ਤੇ ਝਗੜਾ ਹੀ ਹਮੇਸ਼ਾ ਕਰਦਾ ਰਹਿੰਦਾ ਹੈ। ਕਪਟ ਲਪਟ ਘਟ ਦਪਟ ਦਰੋਹ ਨਿਤ ਮਤ ਸਰ ਪਾਵਕ ਮਹਿ ਜਰ ਜਾਹੇ। ਮਹਾਦੇਵ ਜੀ ਕਹਿੰਦੇ ਨੇ ਕਪਟ ਲਪਟ ਘਟ, ਵੀ ਉਹਦਾ ਘਟ ਹਿਰਦਾ ਕਪਟ ਦੇ ਨਾਲ ਹੀ ਲਪਟ ਅਵੇੜਿਆ ਹੋਇਆ, ਅਸ਼ਾਦਿਆ ਹੋਇਆ ਹੈ। ਦਪਟ ਦਰੋਹ ਨਿਤ, ਤੇ ਹਮੇਸ਼ਾ ਵੀ ਉਹਦੇ ਹਿਰਦੇ ਵਿੱਚ ਦਰੋਹ ਵੈਰ ਭਾਵਨਾ ਛਲ ਉਹ ਹਮੇਸ਼ਾ ਲਈ ਉਹਦੇ ਉੱਤੇ ਅਸਰ ਕਰ ਰਿਹਾ ਹੈ। ਮਤਸਰ ਪਾਵਕ ਮੈਂ ਜਰ ਜਾਏ, ਉਹ ਹਮੇਸ਼ਾ ਲਈ ਈਰਖਾ ਦੀ ਅੱਗ ਵਿੱਚ ਸੜਿਆ ਰਹਿੰਦਾ ਹੈ। ਕੋਟਲ ਬਡੋ ਨਹਿ ਸਮਝਹਿ ਕੈਸੇ ਇਤਨੇ ਔਗਣ ਹੋਏ ਜਿਸ ਮਾਹੇ। ਲੋਕ ਉਹ ਇੰਨਾ ਟੇਢੇ ਮਨ ਵਾਲਾ ਹੈ, ਉਹ ਕਿਸੇ ਦੇ ਸਮਝਾਇਆ ਸਮਝਦਾ ਨਹੀਂ ਹੈ। ਉਹਦੇ ਵਿੱਚ ਇੰਨੇ ਔਗਣ ਨੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਮਾਨੁਖ ਕੀ ਗਿਣਤੀ ਕਹੋ ਕਿਆ ਹੈ, ਬ੍ਰਹਮਾ ਸਕੈ ਨਾ ਤਿਹ ਸਮਝਾ ਹੈ। ਮਹਾਦੇਵ ਜੀ ਹੁਣ ਤਜਰਬਾ ਕਰਕੇ ਆਏ ਨੇ ਤੇ ਹਜ਼ੂਰ ਨੂੰ ਕਹਿੰਦੇ ਨੇ ਮਹਾਰਾਜ ਮਨੁੱਖ ਦੀ ਗਿਣਤੀ ਛੱਡੋ, ਕੋਈ ਬੰਦਾ ਪ੍ਰਿਥਵੀ ਨੂੰ ਸਮਝਾ ਹੀ ਨਹੀਂ ਸਕਦਾ। ਤੇ ਜਿਹੜਾ ਬ੍ਰਹਮਾ ਹੈ, ਵੇਦਾਂ ਦਾ ਕਰਤਾ, ਸ੍ਰਿਸ਼ਟੀ ਦਾ ਕਰਤਾ ਮੰਨਿਆ ਦੇਵਤਾ, ਜੇ ਉਹ ਵੀ ਆ ਕੇ ਸਮਝਾਉਣ ਦਾ ਯਤਨ ਕਰੇ ਤੇ ਉਹ ਵੀ ਨਹੀਂ ਸਮਝਾ ਸਕਦਾ। ਸ਼੍ਰੀ ਅਰਜਨ ਕਹੈ ਸੁਣੋ ਭਰਾਤ ਜੀ, ਨਾ ਹਕ ਹਮਸੂ ਠਾਨ ਹੈ ਦੁਆਇਸ਼। ਗੁਰੂ ਅਰਜਨ ਦੇਵ ਮਹਾਰਾਜ ਬੜੇ ਪ੍ਰੇਮ ਦੇ ਨਾਲ ਮਹਾਦੇਵ ਜੀ ਨੂੰ ਕਹਿਣ ਲੱਗੇ, ਮਹਾਦੇਵ ਜੀ ਤੁਸੀਂ ਸਾਡੇ ਵੱਡੇ ਭਰਾ ਹੋ,
ਪਰ ਸਾਨੂੰ ਸਮਝ ਨਹੀਂ ਆਉਂਦੀ ਬਿਨਾਂ ਮਤਲਬ ਤੋਂ ਕਿਉਂ ਸਾਡੇ ਨਾਲ ਈਰਖਾ ਦ્વੈਸ਼ ਉਹ ਕਰ ਰਿਹਾ ਹੈ। ਤਦਪ ਕਰ ਹੈ ਤੋ ਹਮ ਸੋ ਕਰ ਹੈ ਬਾਲਕ ਸੋ ਕਿਆ ਕਪਟ ਵਿਸ਼ੇਸ਼। ਚਲੋ ਜੋ ਇਹਨੇ ਵੈਰ ਕਰਨਾ ਹੀ ਆ ਸਾਡੇ ਨਾਲ ਕਰੇ, ਭਰਾਵਾਂ ਦਾ ਭਰਾਵਾਂ ਨਾਲ ਸ਼ਰੀਕਾ ਹੁੰਦਾ, ਪਰ ਹੁਣ ਸਾਹਿਬਜ਼ਾਦੇ ਦੇ ਨਾਲ ਉਹਦਾ ਕਿਸ ਗੱਲ ਦਾ ਵੈਰ ਹੈ। ਪਰ ਉਹ ਤੇ ਬੱਚੇ ਸਤਿਗੁਰੂ ਮਹਾਰਾਜ ਦੇ ਨਾਲ ਵੀ ਕਪਟ ਕਰਨ ਤੋਂ, ਧੋਖਾ ਕਰਨ ਤੋਂ ਬਾਜ ਨਹੀਂ ਆਇਆ। ਕਾਰ ਸਮੁਖ ਤੇ ਲੱਜਤ ਹੋਏ ਕਰ ਰਹਿ ਨਾ ਸਕੈ ਕਹਿ ਆਜਸ ਅਸ਼ੇਸ਼। ਹੁਣ ਉਹਦੇ ਮੂੰਹ ਉੱਤੇ ਕਾਰਸ ਲੱਗ ਗਈ ਹੈ, ਇਸੇ ਲਈ ਹੁਣ ਸ਼ਰਮ ਦਾ ਮਾਰਾ ਇੱਥੇ ਰਹਿ ਨਹੀਂ ਸਕਦਾ। ਕਿਉਂਕਿ ਹੁਣ ਜਿਸ ਆਦਮੀ ਨੇ ਕੋਈ ਖੋਟਾ ਕੰਮ ਕੀਤਾ ਹੋਵੇ, ਚੋਰੀ ਯਾਰੀ ਜਾਂ ਕਤਲ, ਤੇ ਜਦੋਂ ਉਹਦਾ ਪਾਜ ਖੁੱਲਦਾ ਲੋਕ ਮੂੰਹ ਤੇ ਥੁੱਕਦੇ ਨੇ, ਲਾਹਣਤਾਂ ਪਾਉਂਦੇ ਨੇ, ਤੇ ਫਿਰ ਉਹ ਸ਼ਰਮ ਦਾ ਮਾਰਾ ਕਹਿੰਦਾ ਹੁਣ ਮੈਂ ਪਿੰਡ 'ਚ ਨਹੀਂ ਰਹਿਣਾ। ਹੁਣ ਇਸੇ ਤਰ੍ਹਾਂ ਲੋਕ ਬਹੁਤਾ ਉਸ ਦਾ ਵੀ ਅਪਜਸ ਕਰਦੇ ਨੇ, ਨਿੰਦਿਆ ਕਰਦੇ ਨੇ, ਬਦਨਾਮੀ ਕਰਦੇ ਨੇ, ਉਹ ਹੁਣ ਇੱਥੇ ਰਹਿ ਨਹੀਂ ਸਕਦਾ। ਆਪਣੀ ਖੁਸ਼ੀ ਜਾਤ ਪੁਰ ਤਜ ਕੈ ਹਮ ਨਹਿ ਬੁਰਾ ਕਹਿਓ ਤਿਸ ਲੇਸ਼। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮਹਾਦੇਵ ਜੀ ਵੇਖੋ ਅਸੀਂ ਉਹਨੂੰ ਕੁਝ ਨਹੀਂ ਆਖਿਆ, ਉਹ ਆਪਣੀ ਖੁਸ਼ੀ ਨਾਲ ਵੀ ਇਹ ਆਪਣਾ ਘਰ-ਬਾਰ ਨਗਰ ਛੱਡ ਕੇ ਜਾ ਰਿਹਾ ਹੈ, ਇਹਦੇ ਵਿੱਚ ਕੋਈ ਸਾਡਾ ਦੋਸ਼ ਤੇ ਹੈ ਨਹੀਂ ਹੈ। ਇਤਿਆਦਿਕ ਕੁਛ ਅਪਰਵਾਰਤਾ ਕਰ ਕੈ ਮਹਾਦੇਵ ਗ੍ਰਹਿ ਆਏ। ਇਸ ਤੋਂ ਆਦ ਲੈ ਕੇ ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਵਾਰਤਾਲਾਪ ਹੋਇਆ, ਵਿਚਾਰਾਂ ਹੋਈਆਂ ਨੇ, ਤੇ ਫਿਰ ਮਹਾਦੇਵ ਜੀ ਆਪਣੇ ਘਰ ਵਾਪਸ ਆ ਗਏ। ਹਰ ਗੋਬਿੰਦ ਨਿਜ ਨੰਦ ਆਨੰਦਕ ਗੋਦ ਬਿਠਾਏ ਗੰਗ ਬਲ ਜਾਏ। ਉਦੋਂ ਨੂੰ ਮਾਤਾ ਗੰਗਾ ਜੀ ਆ ਗਏ ਨੇ, ਤੇ ਉਹਨਾਂ ਨੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜ ਲਿਆ, ਤੇ ਜੋ ਉਹਨਾਂ ਦਾ ਸਪੁੱਤਰ ਹੈ, ਆਨੰਦ ਦੇਣ ਵਾਲਾ ਹੈ, ਤੇ ਆਪਣੀ ਗੋਦ ਵਿੱਚ ਉਸ ਨੂੰ ਬਿਠਾ ਲਿਆ। ਦੀਨ ਨਦਾਨ ਦੀਨ ਸੁਤ ਕੁਸ਼ਲੀ ਜਾਨਤ ਨਯੋ ਜਨਮ ਇਨ ਪਾਏ। ਮਾਤਾ ਜੀ ਆਪਣੇ ਸਾਹਿਬਜ਼ਾਦੇ ਤੋਂ ਬਲਿਹਾਰ ਜਾਂਦੀ ਹੈ, ਕੁਰਬਾਨ ਜਾਂਦੀ ਹੈ, ਵੀ ਚਲੋ ਸਾਹਿਬਜ਼ਾਦੇ ਦੀ ਰੱਖਿਆ ਹੋਈ ਹੈ। ਇਸ ਖੁਸ਼ੀ ਦੇ ਵਿੱਚ ਬਹੁਤ ਸਾਰੇ ਗਰੀਬਾਂ ਨੂੰ ਪੁੰਨਦਾਨ ਵੀ ਕੀਤਾ ਮਾਤਾ ਗੰਗਾ ਜੀ ਨੇ, ਵੀ ਸੁੱਖ ਸ਼ਾਂਤੀ ਬਣੀ ਰਹੀ ਹੈ। ਮਾਤਾ ਗੰਗਾ ਜੀ ਨੇ ਸਮਝਿਆ ਵੀ ਸਾਹਿਬਜ਼ਾਦੇ ਦਾ ਨਵਾਂ ਜਨਮ ਹੋਇਆ, ਕਿਉਂਕਿ ਨਹੀਂ ਤੇ ਵਿਰੋਧੀਆਂ ਨੇ ਤੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਸੀ ਮਾਰ ਹੀ ਦੇਣਾ, ਤੇ ਹੁਣ ਬਚਾਅ ਵਾਹਿਗੁਰੂ ਨੇ ਕੀਤਾ, ਤੇ ਇਸ ਲਈ ਮਾਤਾ ਗੰਗਾ ਜੀ ਬਹੁਤ ਪ੍ਰਸੰਨ ਹਨ। ਪਰੰਕਣ ਤੇ ਆਸ਼ਿਕ ਗਨ ਲੀਨਸ ਅਦਕ ਸੁਧਾ ਤੇ ਮਾਧੁਰਤਾਏ। ਤੇ ਗਰੀਬਾਂ ਨੂੰ ਪੁੰਨ ਦਾਨ ਕਰਕੇ ਮਾਤਾ ਜੀ ਨੇ ਉਹਨਾਂ ਤੋਂ ਆਸੀਸਾਂ ਲਈਆਂ ਨੇ, ਜਿਹੜੀਆਂ ਅੰਮ੍ਰਿਤ ਨਾਲੋਂ ਵੀ ਸ਼ਹਿਦ ਨਾਲੋਂ ਵੀ ਬਹੁਤ ਮਿੱਠੀਆਂ ਨੇ। ਐਸੀਆਂ ਆਸੀਸਾਂ ਗਰੀਬ ਲੋਕ ਦਿੰਦੇ ਹਨ। ਸਰਬ ਗੁਰਨ ਹਿਤ ਕੀਨ ਤਿਹਾਵਲ ਸ਼੍ਰੀ ਅਰਜਨ ਜੀ ਧਰ ਕਰ ਪਾਸ। ਲੋ ਜਦੋਂ ਸਾਹਿਬਜ਼ਾਦੇ ਦੀ ਰੱਖਿਆ ਹੋਈ ਨਾ, ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਦਰਬਾਰ ਸਾਹਿਬ ਗਏ ਨੇ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਹੈ, ਸਾਰੇ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕੀਤੀ ਹੈ, ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਰੱਖ ਕੇ, ਤੇ ਚਰਨਾਂ ਦੇ ਵਿੱਚ ਦੇਗ ਰੱਖ ਕੇ ਅਰਦਾਸ ਕੀਤੀ ਹੈ, ਤੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਲਿਆ। ਭਏ ਸਹਾਇਕ ਆਨ ਦਾਸ ਕੇ ਕਰਵਾਪਤ ਭੇ ਤਬ ਅਰਦਾਸ। ਲੋਕ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਵੇਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਜੀ ਸਨ, ਉਹਨਾਂ ਤੋਂ ਅਰਦਾਸ ਕਰਵਾਈ ਹੋਵੇਗੀ, ਤੇ ਇਹ ਆਖਿਆ ਅਰਦਾਸ ਦੇ ਵਿੱਚ, ਮਹਾਰਾਜ ਤੁਸੀਂ ਆਪਣੇ ਦਾਸਾਂ ਦੇ ਆ ਕੇ ਸਹਾਈ ਹੋਏ ਹੋ, ਇਸ ਲਈ ਆਪ ਜੀ ਦਾ ਲੱਖ ਲੱਖ ਸ਼ੁਕਰ ਕਰਦੀ ਹਾਂ। ਸੰਗਤ ਸਗਰੇ ਕਰੀ ਹਕਾਰਨ ਵਰਤਾਇਓ ਤਿਨ ਮਹਿ ਸੁਖ ਰਾਸ। ਸੰਗਤ ਨੂੰ ਪਹਿਲਾਂ ਹੀ ਸੱਦਾ ਪੱਤਰ ਦਿੱਤਾ ਹੋਇਆ ਸੀ, ਬੇਅੰਤ ਸੰਗਤਾਂ ਉਸ ਵੇਲੇ ਅਰਦਾਸ ਵੇਲੇ ਪਹੁੰਚ ਗਈਆਂ, ਤੇ ਸਾਰੀਆਂ ਸੰਗਤਾਂ ਨੂੰ ਖੁੱਲੇ ਤੌਰ ਤੇ ਕੜਾਹ ਪ੍ਰਸ਼ਾਦ ਦੀ ਦੇਗ ਵੰਡੀ ਗਈ। ਜੈ ਜੈਕਾਰ ਉਚਾਰਨ ਕਰਤੇ ਮਹਿਮਾ ਮਹਾ ਸੋ ਪ੍ਰੇਮ ਪ੍ਰਕਾਸ਼। ਲੋ ਸਾਰੇ ਹੀ ਜੈ ਜੈਕਾਰ ਉਚਾਰਨ ਕਰਦੇ ਨੇ, ਭਾਵ ਗੁਰੂ ਨਾਨਕ ਸਾਹਿਬ ਦੀ ਵਡਿਆਈ, ਗੁਰੂ ਘਰ ਦੀ ਮਹਿਮਾ ਉਚਾਰਨ ਕਰਦੇ ਨੇ, ਤੇ
ਤੇ ਨਾਲ ਹੀ ਇਹ ਕਹਿੰਦੇ ਨੇ ਮਹਾਂ ਸੋ ਪ੍ਰੇਮ ਪ੍ਰਕਾਸ਼, ਬਹੁਤਾ ਪ੍ਰੇਮ ਆਪਣੇ ਹਿਰਦੇ ਵਿੱਚ ਪ੍ਰਗਟ ਕਰਕੇ ਤੇ ਗੁਰੂ ਮਹਾਰਾਜ ਦੀ ਮਹਿਮਾ ਕਰਦੇ ਹਨ। ਦੋਹਰਾ ਇਸ ਪ੍ਰਕਾਰ ਉਤਸ਼ਾਹ ਕੋ ਸਿੱਖ ਸੰਗਤ ਗੁਰ ਧਾਮ। ਲੋ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਉਤਸ਼ਾਹ ਜੋੜ ਮੇਲੇ ਮੰਗਲਾਚਾਰ ਕਰ ਰਹੀਆਂ ਹਨ। ਸ਼ਬਦ ਕੀਰਤਨ ਹੋਤ ਹੈ ਸਿਮਰਤ ਸਭ ਸਤਨਾਮ। ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸ੍ਰੀ ਦਰਬਾਰ ਸਾਹਿਬ ਸਤਿਗੁਰੂ ਆਉਂਦੇ ਨੇ, ਸ਼ਬਦ ਕੀਰਤਨ ਦੀਆਂ ਚੌਂਕੀਆਂ ਲੱਗਦੀਆਂ ਤੇ ਬਹੁਤ ਸਾਰੇ ਗੁਰਸਿੱਖ ਬੈਠ ਕੇ ਨਾਲੇ ਕੀਰਤਨ ਸੁਣਦੇ ਹਨ ਤੇ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹਨ। ਧੰਨ ਧੰਨ ਗੁਰ ਕੋ ਕਹੈ ਜਹ ਕਹਿ ਕਰਹਿ ਸਹਾਏ। ਤੇ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਵੱਡੇ ਸਤਿਗੁਰੂ ਸਾਹਿਬਾਨ ਦਾ ਨਾਮ ਲੈ ਕੇ ਧੰਨ ਧੰਨ ਕਹਿ ਰਹੇ ਨੇ ਤੇ ਜਹ ਕਹਿ ਕਰਹਿ ਸਹਾਏ। ਤੇ ਨਾਲ ਹੀ ਇਹ ਆਖਦੇ ਨੇ ਵੀ ਜਿੱਥੇ ਕਿਤੇ ਗੁਰੂ ਮਹਾਰਾਜ ਆਪਣੇ ਸਿੱਖ ਸੇਵਕਾਂ ਦੀ ਸਹਾਇਤਾ ਕਰਦੇ ਹਨ। ਅੰਗ ਸੰਗ ਨਿਜ ਦਾਸ ਕੇ ਬਿਗਨ ਸ਼ੋਹਣ ਨਾ ਪਾਏ। ਤੇ ਆਪਣੇ ਦਾਸਾਂ ਦੇ ਅੰਗ ਸੰਗ ਸਹਾਈ ਹੁੰਦੇ ਨੇ ਤੇ ਜਿਨ੍ਹਾਂ ਦੇ ਸਿਰ ਉੱਤੇ ਗੁਰੂ ਮਹਾਰਾਜ ਖਲੋ ਜਾਂਦੇ ਨੇ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਬਿਗਨਾ ਕੋ ਲਾਗਤਾ ਗੁਰ ਪਹਿ ਅਰਦਾਸ। ਫਿਰ ਕੋਈ ਬਿਗਨ ਨਹੀਂ ਉਹਨਾਂ ਨੂੰ ਛੋ ਸਕਦਾ ਜਦੋਂ ਗੁਰੂ ਮਹਾਰਾਜ ਆਪ ਅੰਗ ਸੰਗ ਸਹਾਈ ਹੁੰਦੇ ਹਨ। ਇਸ ਪ੍ਰਕਾਰ ਸ੍ਰੀ ਗੁਰ ਸਦਨ ਅਤ ਉਤਸ਼ਾਹ ਜੋ ਕੀਨ। ਲੋਕ ਕਵੀ ਜੀ ਕਹਿੰਦੇ ਨੇ ਇਸ ਢੰਗ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਘਰ ਦੇ ਵਿੱਚ ਬੜਾ ਉਤਸ਼ਾਹ ਕੀਤਾ। ਸਾਹਿਬਜ਼ਾਦੇ ਦੀ ਰੱਖਿਆ ਤੋਂ ਉਪਰੰਤ ਸ਼ੁਕਰਾਨਾ ਕੀਤਾ ਗਿਆ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ, ਕੀਰਤਨ ਕਥਾ ਦੇ ਸਮਾਗਮ ਕੀਤੇ ਗਏ। ਅਦਕ ਤਿਹਾਵਲ ਵਰਤਿ ਭਈ ਭੀਰ ਸੁਖ ਪੀਨ। ਤੇ ਗੁਰੂ ਮਹਾਰਾਜ ਨੇ ਕੜਾ ਪ੍ਰਸ਼ਾਦ ਖੁੱਲਾ ਤਿਆਰ ਕਰਵਾਇਆ ਹੈ ਤੇ ਸਭ ਸੰਗਤਾਂ ਨੂੰ ਖੁੱਲੇ ਗੱਫੇ ਵਰਤਾ ਰਹੇ ਨੇ ਤੇ ਬਹੁਤ ਸੰਗਤਾਂ ਦੀ ਭੀੜ ਹੋ ਗਈ ਹੈ ਤੇ ਨਾਲ ਬੜਾ ਸੁਖ ਪ੍ਰਾਪਤ ਕਰ ਰਹੇ ਹਨ। ਲਗ ਦੰਦਬ ਕੀ ਧੁਨ ਬਾਜਤ ਹੈ ਬਹੁ ਨਾਦਨ ਫੀਰਨ ਕੇ ਸੰਗ ਭਾਰੀ। ਦਰਬਾਰ ਸਾਹਿਬ ਦੇ ਅੰਦਰ ਤਾਂ ਕੀਰਤਨ ਕਥਾ ਸਿਮਰਨ ਦੇ ਪ੍ਰਵਾਹ ਚੱਲਦੇ ਨੇ ਤੇ ਘਰ ਤੋਂ ਬਾਹਰ ਜਿਹੜੇ ਛੋਟੀਆਂ ਨੌਬਤਾਂ ਨੇ, ਦੁੰਦਬ ਨੌਬਤਾਂ ਨੂੰ ਕਹਿੰਦੇ ਨੇ ਛੋਟੇ ਨਗਾਰੇ, ਉਹਨਾਂ ਦੀਆਂ ਧੁਨਾਂ ਗੂੰਜ ਰਹੀਆਂ ਨੇ। ਬਹੁਤ ਸਾਰੀਆਂ ਨਫੀਰੀਆਂ ਦੇ ਨਾਲ ਨਾਦ ਜਿਹੜੇ ਸ਼ਬਦ ਨੇ ਉਹ ਵੀ ਗੂੰਜ ਰਹੇ ਹਨ। ਘਰ ਪੌਰ ਕੁਲਾਹਲ ਹੋਏ ਰਹਿਓ ਸਭ ਆਸ਼ਿਕ ਦੇ ਤੁਮ ਮਿਲੇ ਨਰ ਨਾਰੀ। ਲੋਕ ਘਰ ਦੇ ਦਰਵਾਜ਼ੇ ਤੇ ਨੌਬਤਾਂ ਵੱਜ ਰਹੀਆਂ ਨੇ, ਨਫੀਰੀਆਂ ਤੂਤੀਆਂ ਵੱਜ ਰਹੀਆਂ ਨੇ, ਬੰਸਰੀਆਂ ਵੱਜ ਰਹੀਆਂ ਨੇ ਤੇ ਬੜਾ ਭਾਰੀ ਖੁਸ਼ੀ ਦਾ ਉੱਥੇ ਸ਼ੋਰ ਮਚਿਆ ਹੋਇਆ ਗੁਰੂ ਘਰ ਦੇ ਦਰਵਾਜ਼ੇ ਦੇ ਬਾਹਰਲੇ ਪਾਸੇ। ਤੇ ਬਹੁਤ ਸਾਰੇ ਮਾਈ ਭਾਈ ਆ ਕੇ ਆਸ਼ੀਰਵਾਦ ਦੇ ਰਹੇ ਹਨ। ਪ੍ਰਿਥੀ ਕੋ ਬਹੁ ਬੁਰਾ ਕਹਿਤ ਹੈ ਨਿਤ ਪਾਪ ਬਿਖੈ ਰਤ ਜੋ ਦੁਰਚਾਰੀ। ਜਿਹੜੇ ਗੁਰਸਿੱਖ ਮਾਈ ਭਾਈ ਆਉਂਦੇ ਨੇ, ਪ੍ਰਿਥੀਏ ਦਾ ਪਾਪ ਨੰਗਾ ਹੋ ਗਿਆ, ਸਾਰੇ ਪ੍ਰਿਥੀਏ ਨੂੰ ਕਈ ਤੇ ਗਾਲਾਂ ਹੀ ਕੱਢਦੇ ਨੇ। ਕਈ ਜਿਹੜੇ ਸਿੱਖ ਨੇ ਨਾ, ਪੇਂਡੂ ਸਿੱਖ, ਉਹਨਾਂ ਤੋਂ ਰਹਿ ਨਹੀਂ ਹੁੰਦਾ ਤੇ ਉਹਨਾਂ ਦੇ ਮੂੰਹੋਂ ਗਾਲਾਂ ਵੀ ਨਿਕਲਦੀਆਂ ਨੇ। ਕਹਿੰਦੇ ਉਹਦੀ ਪਾਪਾਂ ਦੇ ਵਿੱਚ ਹੀ ਪ੍ਰੀਤੀ ਹੈ, ਬਹੁਤ ਦੁਰਾਚਾਰੀ ਹੈ, ਬਹੁਤ ਭੈੜੇ ਕੰਮ ਕਰਦਾ ਹੈ। ਹਰ ਗੋਬਿੰਦ ਕੋ ਬਿਖ ਦੀਨ ਅਬੈ ਪਰਮੇਸ਼ਰ ਹਾਥ ਦੈ ਲੀਨ ਉਬਾਰੀ। ਉਹ ਕੀ ਆਖਦੇ ਨੇ ਗੁਰਸਿੱਖ ਪਿੰਡਾਂ ਦੇ, ਕਹਿੰਦੇ ਦੇਖ ਲਓ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨੇ ਅੱਜ ਜ਼ਹਿਰ ਦੇ ਦਿੱਤੀ ਸੀਗੀ ਤੇ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਮਿਹਰਾਂ ਭਰਿਆ ਹੱਥ ਦੇ ਕੇ ਆਪ ਸਾਹਿਬਜ਼ਾਦੇ ਨੂੰ ਬਚਾਇਆ ਹੈ। ਮੁਖ ਕਾਰਖ ਲਾਗ ਗਈ ਤਿਸ ਕੇ ਮਰਬੇ ਲੱਗ ਜਾਏ ਨਾ ਕੈਸੇ ਪਖਾਰੀ। ਲੋਕੀ ਕਹਿੰਦੇ ਨੇ ਗੁਰਸਿੱਖ ਮਾਈ ਪਾਈ, ਕਹਿੰਦੇ ਹੁਣ ਇਹਦੇ ਮੂੰਹ ਤੇ ਐਸੀ ਕਾਲਸ ਲੱਗ ਗਈ ਹੈ ਤੇ ਹੁਣ ਮਰਨ ਤੱਕ ਜਿੰਨਾ ਚਿਰ ਜਿਉਂਦਾ ਰਹੇਗਾ ਇਹ ਐਸੀ ਮੂੰਹ ਤੇ ਕਾਲਸ ਲੱਗ ਗਈ ਹੈ ਉਹ ਕਦੇ ਧੋਤੀ ਨਹੀਂ ਜਾ ਸਕਦੀ। ਸ਼ਰਮਿਓ ਘਰ ਵਿੱਚ ਦੁਰਿਓ ਮਤ ਮੂਰਖ ਬਾਦ ਹੀ ਬੈਰ ਕਰੇ ਹਿਤ ਟਾਰੀ। ਲੋਕ ਕਹਿੰਦੇ ਨੇ ਜਿਹੜਾ ਮੂਰਖ ਪ੍ਰੀਤੀਆ ਹੈ ਹੁਣ ਘਰ ਦੇ ਵਿੱਚ ਹੀ ਵੀ ਇਹ ਆਪਣੀ ਲੁਕਿਆ ਬੈਠਾ ਹੈ ਤੇ ਦੇਖੋ ਆਪਣਾ ਹਿਤ ਭਲਾ ਛੱਡ ਕੇ ਇਹ ਐਸਾ ਮੂਰਖ ਬੰਦਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਵੈਰ ਕਰ ਰਿਹਾ ਹੈ ਤੇ ਝਗੜਾ ਕਰ ਰਿਹਾ ਹੈ। ਗੁਰ ਨਾਨਕ ਕੀਏ ਜੋਤ ਬਿਰਾਜਤ ਹੈ ਗੁਣ ਪੂਰਨ ਜੇ ਸ਼ੁਭਕਾਰੀ। ਵੇਖ ਲੋ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੁਰੂ ਜੋਤ ਬਿਰਾਜ ਰਹੀ ਹੈ ਗੁਣ ਪੂਰਨ ਜੋ ਸ਼ੁਭਕਾਰੀ, ਜੋ ਸਾਰੇ ਗੁਣਾਂ ਦੇ ਨਾਲ ਭਰਪੂਰ ਨੇ
ਤੇ ਸਰਬੱਤ ਦਾ ਭਲਾ ਕਰਨ ਵਾਲੇ ਹਨ। ਛਲ ਬ੍ਰਿੰਦ ਕਰੇ ਨਾ ਛਲੇ ਕਿਸ ਰੀਤ, ਸਦਾ ਸਰਭਾਗਯ ਕਿਰਤਾਗਯ ਉਦਾਰੀ। ਦੇਖ ਲੋ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਇਹਨੇ ਬੜੇ ਛਲ ਕੀਤੇ, ਪਰ ਉਹ ਛਲੇ ਨਹੀਂ ਗਏ ਕਿਸੇ ਤਰੀਕੇ ਦੇ ਨਾਲ ਵੀ। ਕਿਉਂ? ਉਹ ਹਮੇਸ਼ਾ ਨੇ ਸਰਬੱਗ ਸਤਿਗੁਰੂ ਨੇ ਤੇ ਨਾਲ ਕਿਰਤੱਗ ਉਦਾਰੀ, ਤੇ ਜਿਨ੍ਹਾਂ ਨੇ ਕੋਈ ਪਰਉਪਕਾਰ ਕੀਤਾ ਉਹ ਵੀ ਜਾਣਦੇ ਨੇ, ਜੇ ਕੋਈ ਪੁੱਠੇ ਕੰਮ ਕਰਦਾ ਉਹਨੂੰ ਵੀ ਸਮਝਦੇ ਨੇ। ਤੇ ਸਤਿਗੁਰੂ ਮਹਾਰਾਜ ਆਪ ਸੇਵਕਾਂ ਨੂੰ ਨਿਹਾਲ ਕਰਨ ਵਾਲੇ ਹਨ। ਇਹ ਬਤੀਆਂ ਸੁਣ ਕੇ ਸਭ ਹੀ ਤਿਸ ਕੇ, ਪਖ ਕੇ ਸਭ ਜਾਏ ਸੁਣਾਵੇਂ। ਲਓ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਮੂਹਰੇ ਗੁਰਸਿੱਖ ਮਾਈ ਭਾਈ ਇਕੱਠੇ ਹੋ ਕੇ ਗੱਲਾਂ ਕਰਦੇ ਨੇ, ਪ੍ਰਿਥਵੀ ਦੇ ਬਾਰੇ ਚਰਚਾ ਹੋ ਰਹੀ ਹੈ। ਇਹ ਗੱਲਾਂ ਸੁਣ ਕੇ ਜਿਹੜੇ ਪ੍ਰਿਥਵੀ ਦਾ ਪੱਖ ਰੱਖਣ ਵਾਲੇ ਨੇ ਵਿੱਚ ਹੀ ਫਿਰਦੇ ਹੁੰਦੇ ਨੇ, ਉਹ ਜਾ ਕੇ ਪ੍ਰਿਥਵੀ ਨੂੰ ਸੁਣਾਉਂਦੇ ਨੇ, ਉਹਨੂੰ ਜਾ ਕੇ ਹੋਰ ਖਿਜਾਉਂਦੇ ਹਨ। ਲੋਕ ਹਜ਼ਾਰੋਂ ਹੀ ਗਾਰ ਨਕਾਰਤ, ਕੀਨ ਮਹਾ ਅਗ ਬਾਕ ਅਲਾਵੇਂ। ਉਹ ਕੀ ਕਹਿੰਦੇ ਨੇ? ਪ੍ਰਿਥਵੀ ਨੂੰ ਜਾ ਕੇ ਕਹਿੰਦੇ ਤੈਨੂੰ ਹਜ਼ਾਰਾਂ ਲੋਕ ਗਾਲਾਂ ਕੱਢਦੇ ਨੇ ਤੇ ਕਹਿੰਦੇ ਨੇ ਉਹਨੇ ਬਹੁਤ ਵੱਡਾ ਘੋਰ ਪਾਪ ਕੀਤਾ। ਇਹ ਬਚਨ ਕਹਿ ਰਹੇ ਹਨ। ਜੋ ਉਤਸ਼ਾਹ ਕਰੇ ਬਹੁ ਭਾਂਤਨ, ਬਾਦਤ ਭਾਂਤ ਅਨੇਕ ਬਜਾਵੇਂ। ਗੁਰੂ ਅਰਜਨ ਦੇਵ ਮਹਾਰਾਜ ਬਹੁਤ ਤਰ੍ਹਾਂ ਦੇ ਨਾਲ ਉਤਸ਼ਾਹ ਕਰ ਰਹੇ ਨੇ, ਭਾਵ ਮੰਗਲਾਚਾਰ ਕਰ ਰਹੇ ਨੇ। ਉਹਨਾਂ ਦੇ ਘਰੇ ਖੁਸ਼ੀਆਂ ਦੇ ਵਾਜੇ ਵੱਜ ਰਹੇ ਨੇ ਤੇ ਨਾਲ ਜਸ ਕੀਰਤਨ ਤੇ ਨਾਲ ਕੀਰਤਨ ਕਥਾ ਦੇ ਪ੍ਰਵਾਹ ਵੀ ਚੱਲਦੇ ਹਨ। ਭੀੜ ਰਹੀ ਪਰ ਪਰਨ ਭਾ ਕਰ, ਭੂਰ ਤਿਹਾਵਲ ਕੋ ਵਰਤਾਵੇ। ਭੀੜ ਰਹੀ ਪਰ ਉਹਨਾਂ ਦੇ ਘਰ ਦੇ ਵਿੱਚ ਬਹੁਤ ਭੀੜ ਭਰੀ ਹੋਈ ਹੈ। ਪੂਰਨ ਭਾ ਕਰ ਉਹਨਾਂ ਦਾ ਕਾਰਨ ਐਨ ਭਰਿਆ ਪਿਆ, ਵਿਹੜਾ ਵੀ ਅੰਦਰੋਂ ਬਾਹਰੋਂ। ਭੂਰ ਤਿਹਾਵਲ ਕੋ ਵਰਤਾਵੇ, ਤੇ ਉਹ ਕੜਾ ਪ੍ਰਸ਼ਾਦੀਆਂ ਦੇਗਾਂ ਵਰਤਾ ਰਹੇ ਨੇ। ਸਭ ਸੰਗਤਾਂ ਨੂੰ ਖੁੱਲੇ ਗੱਫੇ ਵਰਤਾਈ ਜਾ ਰਹੇ ਹਨ। ਕਬਿਤ ਪ੍ਰਿਥਿਆ ਸੁਨਤ ਮਨ, ਗਿਣਤੀ ਗਿਣਤ ਬਹੁ। ਕਵੀ ਜੀ ਕਹਿੰਦੇ ਨੇ ਜਦੋਂ ਪ੍ਰਿਥਵੀ ਆਪਣੇ ਪੱਖੀਆਂ ਤੋਂ ਇਹ ਗੱਲ ਸੁਣਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਵੀ ਇੰਨੀਆਂ ਖੁਸ਼ੀਆਂ ਤੇ ਮੰਗਲਾਚਾਰ ਉਤਸ਼ਾਹ ਹੋ ਰਹੇ ਨੇ, ਤੇ ਉਹ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਹੈ, ਭਾਵ ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ ਹੈ। ਕਾਜਨ ਹੈ ਸਿੱਧ ਪਇਓ ਸਾਲ ਰਿਓ ਛਤੀਆ। ਕਹਿੰਦਾ ਮੇਰਾ ਤੇ ਸਾਲ ਛਾਤੀ ਵਿੱਚ ਹੀ ਖੁੱਭਿਆ ਰਹਿ ਗਿਆ, ਤੇ ਜਿਹੜਾ ਮੈਂ ਕੰਮ ਕਰਨਾ ਚਾਹੁੰਦਾ ਸੀ ਉਹ ਸਿੱਧ ਨਹੀਂ ਹੋਇਆ। ਇਹਦਾ ਮਤਲਬ ਇਹ ਹੈ, ਪ੍ਰਿਥਵੀ ਇਹ ਸੋਚਦਾ ਹੈ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨਾ ਚਾਹੁੰਦਾ ਸੀ। ਉਹ ਮੇਰੇ ਸੀਨੇ ਵਿੱਚ ਸਲ ਖੁੱਭਿਆ ਹੋਇਆ ਸੀ, ਪਰ ਉਹ ਮਰੇ ਨਹੀਂ ਹਨ ਤੇ ਮੇਰਾ ਕਾਰਜ ਸਿੱਧ ਨਹੀਂ ਹੋ ਸਕਿਆ। ਨਿਫਲ ਉਪਾਏ ਗਏ, ਠਾਣਤ ਅਨੇਕ ਪਏ। ਯਤਨ ਤਾਂ ਮੈਂ ਬੜੇ ਕੀਤੇ ਨੇ, ਪਰ ਸਾਰੇ ਕੀਤੇ ਯਤਨ ਨਿਸਫਲ ਹੋ ਗਏ ਨੇ। ਤੇ ਮੈਂ ਕਰਾਂ ਕੀ? ਯਤਨ ਤਾਂ ਕੀਤੇ ਨੇ ਪਰ ਕੋਈ ਕਾਮਯਾਬ ਨਹੀਂ ਹੋਇਆ। ਉਲਟੋ ਕਲੰਕ ਲਏ ਜਾਣਿਓ ਜਿਤ ਕੀਤੀਆ। ਲੋਕ ਕਹਿੰਦੇ ਨੇ ਉਲਟਾ ਕਲੰਕ ਲੈ ਲਿਆ ਮੈਂ, ਮੇਰੇ ਮੱਥੇ ਤੇ ਕਲੰਕ ਲੱਗ ਗਿਆ। ਤੇ ਹੁਣ ਜਿੱਥੇ ਕਿਤੇ ਹਰ ਸਿੱਖ ਮਾਈ ਭਾਈ ਨੂੰ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਪ੍ਰਿਥਵੀ ਕਿੰਨੇ ਘੋਰ ਪਾਪ ਕਰ ਰਿਹਾ ਹੈ। ਵਿਪਰ ਮਤਹੀਣ ਬਿਖ ਦਾਵਤੇ ਨਾ ਦੀਨ ਜਨ। ਜਿਹੜਾ ਬ੍ਰਾਹਮਣ ਸੀਗਾ ਉਹ ਐਸਾ ਬੇਸਮਝ ਨਿਕਲਿਆ, ਬੇਵਕੂਫ ਨਿਕਲਿਆ ਹੈ। ਉਹ ਕਿਤੇ ਚੋਰੀ ਛਪੋਰੀ ਜਾ ਕੇ ਉਹਨੂੰ ਜ਼ਹਿਰ ਖਵਾ ਦਿੰਦਾ ਸਾਹਿਬਜ਼ਾਦੇ ਨੂੰ, ਪਰ ਉਹਨੇ ਵੀ ਉਹ ਮੂਰਖ ਬੰਦੇ ਨੇ ਦਾ ਲਾ ਕੇ, ਭਾਵ ਕਿਸੇ ਢੰਗ ਦੇ ਨਾਲ ਸਾਜ਼ਿਸ਼ ਦੇ ਅਧੀਨ ਜ਼ਹਿਰ ਨਹੀਂ ਦੇ ਸਕਿਆ। ਯਾਮਨੀ ਮੈਂ ਜਾਣ ਤੋ ਨਾ ਤਮ ਪਏ ਅਤੀਆ। ਇਹ ਰਾਤ ਨੂੰ ਜ਼ਹਿਰ ਦੇ ਦਿੰਦਾ, ਦਿਨੇ ਉਹਨੇ ਕਿਉਂ ਇਹ ਕੰਮ ਕੀਤਾ? ਰਾਤ ਦੇ ਹਨੇਰੇ ਵਿੱਚ ਪਤਾ ਨਹੀਂ ਸੀ ਲੱਗਣਾ ਕੀ ਹੋਇਆ। ਤੇ ਇਸ ਕਰਕੇ ਹੁਣ ਪ੍ਰਿਥਵੀ ਆਪਣੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਉਲਟੀਆਂ ਪੁਲਟੀਆਂ ਸੋਚਾਂ ਸੋਚ ਰਿਹਾ ਹੈ। ਹੋਤ ਕ੍ਰਿਤ ਕ੍ਰਿਤ ਜਬ ਬੈਰੀ ਮ੍ਰਿਤ ਦੇਖ ਲੇਤ। ਕੀ ਕਹਿੰਦਾ ਪ੍ਰਿਥਵੀ? ਕਹਿੰਦਾ ਜਦੋਂ ਮੇਰਾ ਦੁਸ਼ਮਣ ਮਰ ਜਾਂਦਾ ਨਾ, ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਰੇ ਇਹਦੀ ਸੋਚ ਐਸੀ ਬਣੀ ਹੋਈ ਹੈ। ਕਹਿੰਦਾ ਫੇਰ ਮੈਂ ਕਿਰਤ ਹੋ ਜਾਣਾ ਸੀ, ਫੇਰ ਮੈਂ ਗਦਗਦ ਹੋ ਜਾਣਾ ਸੀ, ਫੇਰ ਮੈਂ ਨਿਹਾਲ ਹੋ ਜਾਣਾ ਸੀਗਾ। ਮੇਰੇ ਇਸ ਖੁਸ਼ੀ ਵਰਗੀ ਹੋਰ ਕੋਈ ਖੁਸ਼ੀ ਨਹੀਂ ਸੀ ਹੋ ਸਕਦੀ। ਬਚਿਓ ਨਿਜ ਭਾਗਣ ਤੇ ਭਲੀ ਭਾਂਤ ਰਤੀਆ। ਪਤਾ ਨਹੀਂ ਉਹਦੇ ਭਾਗਾਂ ਉਤੇ ਐਸੀ ਸੋਹਣੀ ਭਾਗਾਂ ਦੀ ਰਤੀ ਚਮਕ ਰਹੀ ਹੈ, ਉਹ ਆਪਣੀ ਕਿਸਮਤ ਨਾਲ ਪਤਾ ਨਹੀਂ ਕਿਵੇਂ ਬਚ ਗਿਆ ਹੈ। ਨਿੰਦਕ ਬਨੇ ਹੈ ਨਰ ਘਰ ਘਰ ਕਹੈ ਪੁਰ। ਪ੍ਰਿਥਵੀ ਸੋਚਦਾ ਵੀ ਹੁਣ ਸਾਰੇ ਲੋਕ ਤਾਂ ਨਿੰਦਕ ਬਣ ਗਏ ਨੇ ਘਰਾਂ ਘਰਾਂ ਦੇ ਵਿੱਚ,
ਸਾਰੇ ਸ਼ਹਿਰ ਦੇ ਵਿੱਚ ਹੀ ਹੁਣ ਤੇ ਮੇਰੀ ਬਦਨਾਮੀ ਹੋ ਰਹੀ ਹੈ। ਸੁਨਿਓ ਨਾ ਜਾਏਗੋ ਵਿਸਾਲ ਬੈਰ ਚੀਨਿਓ। ਹੁਣ ਇੰਨੀ ਤੇ ਨਿੰਦਿਆ ਸੁਣਨੀ ਔਖੀ ਹੋ ਗਈ ਹੈ। ਤੇ ਮੈਂ ਪਹਿਲਾਂ ਤੇ ਗੁੱਝਾ ਵੈਰ ਕਰਦਾ ਸੀ, ਪਰ ਹੁਣ ਮੇਰੇ ਵੈਰ ਦਾ ਸਾਰਿਆਂ ਨੂੰ ਪਤਾ ਲੱਗ ਗਿਆ। ਹੁਣ ਤੇ ਘਰਾਂ ਘਰਾਂ ਦੇ ਵਿੱਚ, ਪਿੰਡਾਂ ਪਿੰਡਾਂ ਦੇ ਵਿੱਚ ਤੇ ਸਾਰੇ ਸ਼ਹਿਰਾਂ ਦੇ ਵਿੱਚ ਮੇਰੀ ਬਦਨਾਮੀ ਹੋਣ ਲੱਗ ਪਈ ਹੈ। ਐਸੀ ਚਿੰਤਾ ਠਾਨ ਕੈ ਅਦਕ ਦੁਖ ਮਾਨ ਕੈ। ਤੇ ਇਸ ਤਰ੍ਹਾਂ ਚਿੰਤਾ ਫਿਕਰ ਧਾਰਨ ਕਰਕੇ ਤੇ ਬਹੁਤਾ ਦੁੱਖ ਮੰਨ ਕੇ ਪ੍ਰਿਥੀਆ ਸੋਚੀ ਜਾ ਰਿਹਾ ਹੈ। ਕਹਿਤ ਨਿਜ ਲੋਕਨ ਸੋ ਤਿਆਰੀ ਸਭ ਕੀਨਿਓ। ਤੇ ਆਪਣੇ ਨਾਲ ਦੇ ਸਾਥੀਆਂ ਨੂੰ, ਸਿੱਖ ਸੇਵਕਾਂ ਨੂੰ ਕਹਿੰਦਾ, ਚੇਲੇ ਬਾਲਿਆਂ ਨੂੰ ਕਹਿੰਦਾ ਵੀ ਹੁਣ ਸਾਰੀ ਤਿਆਰੀ ਕਰ ਲਵੋ, ਆਪਾਂ ਇੱਥੇ ਨਹੀਂ ਰਹਿਣਾ ਤੇ ਆਪਾਂ ਦਿਨੇ ਵੀ ਨਹੀਂ ਜਾਣਾ। ਲੋਕ ਲਾਲਾ ਲਾਲਾ ਕਰਨਗੇ ਤੇ ਹੁਣ ਆਪਾਂ ਨੇਰੇ ਨੇਰੇ, ਕਿਸੇ ਨੂੰ ਪਤਾ ਵੀ ਨਾ ਲੱਗੇ, ਚੋਰੀ ਜਾਣਾ ਤੇ ਤੁਸੀਂ ਸਾਰੀ ਤਿਆਰੀ ਕਰ ਲਵੋ। ਲਾਦ ਲਿਓ ਆਜ ਨਹੀਂ ਰਹੇ ਸ਼ੇਸ਼ ਕਾਜ ਕੁਛ। ਬਸ ਤੁਸੀਂ ਅੱਜ ਹੀ ਸਾਜੋ ਸਾਮਾਨ ਅਸਵਾਰੀਆਂ ਤੇ ਲੱਦ ਲਵੋ, ਕੋਈ ਕੰਮ ਬਾਕੀ ਨਾ ਰਵੇ। ਰਾਤ ਨੂੰ ਐਨ ਫੁੱਲ ਤਿਆਰੀ ਕਰਕੇ ਆਪਾਂ ਸੌਣਾ ਹੈ। ਸਗਰੇ ਸਮਾਜ ਕੀ ਸੰਭਾਰ ਕਰ ਲੀਨਿਓ। ਕੋਈ ਵਸਤੂ, ਕੋਈ ਪਦਾਰਥ ਰਹਿ ਨਾ ਜਾਵੇ। ਜਿੰਨਾ ਵੀ ਸਾਜੋ ਸਾਮਾਨ ਹੈ ਚੰਗੀ ਤਰ੍ਹਾਂ ਸੰਭਾਲ ਲਿਓ। ਬੜੀ ਭੁਨ ਸਾਰ ਤੇ ਸਿਧਾਰ ਪਰੈ ਪੰਥ ਵਿੱਚ। ਤੇ ਦੇਖੋ ਆਪਾਂ ਮੂੰਹ ਹਨੇਰੇ ਸਾਜਰੇ ਉੱਠ ਕੇ ਰਸਤੇ ਦੇ ਵਿੱਚ ਆਪਾਂ ਕੂਚ ਕਰਾਂਗੇ, ਭਾਵ ਦਿਨੇ ਨਹੀਂ। ਹੁਣ ਸ਼ਰਮ ਦਾ ਮਾਰਾ ਕਹਿੰਦਾ ਆਪਾਂ ਨੇਰੇ ਨੇਰੇ ਇੱਥੋਂ ਨਿਕਲ ਜਾਵਾਂਗੇ। ਦੇਖ ਹੈ ਨਾ ਬੋਲ ਹੈ ਸੋ ਰੌਲ ਹੋਏ ਹੀ ਨਿਓ। ਕਿਉਂਕਿ ਨਾ ਕੋਈ ਦੇਖੇਗਾ ਸਾਨੂੰ, ਨਾ ਕੋਈ ਚੰਗਾ ਮਾੜਾ ਬੋਲੇਗਾ ਤੇ ਨਾ ਕੋਈ ਰੌਲਾ ਪਾਵੇਗਾ ਤੇ ਆਪਾਂ ਚੁੱਪਚਾਪ ਨੇਰੇ ਨੇਰੇ ਨਿਕਲ ਜਾਵਾਂਗੇ। ਸਵਈਆ ਤਿਸ ਬਾਸਰ ਮੈਂ ਸਭ ਤਿਆਰੀ ਕਰਾਏ, ਕਹਿਓ ਤਮ ਮੈਂ ਪੁਰਤੇ ਨਿਕਸੋ। ਲਓ ਪ੍ਰਿਥਵੀ ਨੇ ਕਹਿ ਕੇ ਉਸ ਦਿਨ ਸਾਰੀ ਤਿਆਰੀ ਕਰਵਾ ਲਈ ਹੈ ਤੇ ਰਾਤ ਨੂੰ ਆਪਣੇ ਚੇਲੇ ਬਾਲਕਿਆਂ ਨੂੰ ਇਹ ਤਾਇਦ ਕਰ ਦਿੱਤੀ ਵੀ ਆਪਾਂ ਸਵੇਰੇ ਨੇਰੇ ਨੇਰੇ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਜਾਣਾ ਹੈ। ਨਰ ਹੀਰ ਕੈ ਸ਼ੇਰ ਨ ਕੋਈ ਕਰੈ, ਸੁਨ ਬਾਕ ਕਠੋਰ ਕੋਹੁ ਨ ਸਹਉ। ਕਿਉਂਕਿ ਜੇ ਦਿਨੇ ਜਾਵਾਂਗੇ ਕਿਸੇ ਨਾ ਕਿਸੇ ਨੇ ਫੇਰ ਛੇੜਖਾਨੀ ਕਰਨੀ ਹੈ ਤੇ ਵੇਖ ਕੇ ਕੋਈ ਆਦਮੀ ਛੇੜਖਾਨੀ ਨਾ ਕਰੇ। ਕਿਉਂਕਿ ਜੇ ਕਿ ਮੈਨੂੰ ਕਿਸੇ ਨੇ ਕੋਈ ਕਠੋਰ ਬਚਨ ਕਹਿ ਦਿੱਤਾ, ਕੋਈ ਮੈਨੂੰ ਅਪਸ਼ਬਦ ਕਹਿ ਦਿੱਤਾ ਤੇ ਮੇਰੇ ਤੋਂ ਸਹਾਰਿਆ ਨਹੀਂ ਜਾਣਾ। ਵਿਗਰੈ ਨਰ ਨਾਰ ਜੇ ਗਾਰ ਨਿਕਾਰਤ, ਪਾਖਕ ਧਾਰਤ ਜੇ ਦਿਖ ਪੈ ਹਾਂ। ਕਿਉਂਕਿ ਮਾਈ ਪਾਈ ਸਾਰੇ ਲੋਕ ਵਿਗੜ ਗਏ ਨੇ ਮੇਰੇ ਨਾਲ ਤੇ ਮੈਨੂੰ ਗਾਲਾਂ ਕੱਢਦੇ ਨੇ। ਤੇ ਜੇ ਮੈਂ ਸਾਹਮਣੇ ਗਿਆ ਤੇ ਸਾਹਮਣੇ ਕਿਸੇ ਨੇ ਗਾਲ ਕੱਢ ਦਿੱਤੀ, ਮੈਨੂੰ ਤੇ ਬਰਦਾਸ਼ਤ ਕਰਨੀ ਔਖੀ ਹੋ ਜਾਵੇਗੀ। ਪਾਕੋ ਧਾਰਤ ਹੈ ਜੇ ਦਿਖ ਪੈ ਹੋ, ਜਿਹੜਾ ਕੋਈ ਉਹਨਾਂ ਦਾ ਪੱਖ ਕਰਨ ਵਾਲਾ ਮੈਨੂੰ ਦਿਸ ਪਿਆ ਨਾ ਤੇ ਮੇਥੋਂ ਜਰਿਆ ਨਹੀਂ ਜਾਣਾ। ਸੁਣ ਲੋਕ ਹਮਾਰੇ ਦੁਖਾਂ ਤਿਨ ਤੇ, ਇਸ ਧਾਰ ਕੈ ਰਾਰ ਨ ਹਵੈ ਚੱਲ ਜੈ ਹਾਂ। ਇਹ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਕਿਧਰੇ ਜਿਹੜੇ ਸਾਡੇ ਮੇਰੇ ਚੇਲੇ ਬਾਲਿਆਂ ਨੂੰ, ਜਿਹੜੇ ਮੇਰੇ ਸ਼ਰਧਾਲੂ ਨੇ, ਜੇ ਉਹਨਾਂ ਨੂੰ ਸਿੰਘਾਂ ਨੇ, ਗੁਰਸਿੱਖਾਂ ਨੇ ਕੁਛ ਕਹਿ ਦਿੱਤਾ, ਉਹ ਦੁਖੀ ਨਾ ਹੋਣ। ਇਸੇ ਕਰਕੇ ਵੀ ਕੋਈ ਲੜਾਈ ਝਗੜਾ ਨਾ ਹੋ ਜਾਵੇ ਤੇ ਆਪਾਂ ਨੇਰੇ ਨੇਰੇ ਮੂੰਹ ਨੇਰੇ ਇਥੋਂ ਉੱਠ ਕੇ ਚਲੇ ਜਾਣਾ ਹੈ। ਬੈਠਿਓ ਨਕੇਤ ਮੈਂ ਬੈਠ ਰਹਿਓ ਸੋ, ਪ੍ਰਤੀਖਤ ਸਾਂਝ ਪਰੋ ਸਹਸਾਈ। ਲੋ ਸਾਰੀ ਹਦਾਇਤ ਕਰਕੇ ਪ੍ਰਿਥਵੀ ਆਪਣੇ ਘਰ ਦੇ ਵਿੱਚ ਬੈਠਾ ਹੈ ਤੇ ਉਡੀਕ ਕਰ ਰਿਹਾ ਕਦੋਂ ਸਵੇਰ ਹੋਵੇ, ਭਾਵ ਕੋਈ ਅੰਮ੍ਰਿਤ ਵੇਲੇ 2-2.5 ਵਜੇ ਦਾ ਸਮਾਂ ਉਹਦੀ ਉਡੀਕ ਕਰ ਰਿਹਾ ਹੈ। ਚਿੰਤ ਮਹਾਨ ਹੈ ਭੋਜਨ ਕੀਨ, ਅਬੋਲ ਇਕਾਂਤ ਭਇਓ ਇਕ ਥਾਈ। ਲੋ ਜਦੋਂ ਕੋਈ ਇਹੋ ਜਿਹਾ ਭਾਣਾ ਵਰਤ ਜਾਵੇ, ਕੋਈ ਝਗੜਾ ਬੋਲ ਕਬੋਲ ਹੋ ਜਾਵੇ ਜਾਂ ਬਦਨਾਮੀ ਵਾਲੀ ਕੋਈ ਗੱਲ ਹੋ ਜਾਵੇ, ਫਿਰ ਬਹੁਤੀ ਚਿੰਤਾ ਬੰਦੇ ਨੂੰ ਲੱਗ ਜਾਂਦੀ ਹੈ। ਇਹਨੇ ਫਿਰ ਉਸ ਦਿਨ ਚਿੰਤਾ ਦੇ ਵਿੱਚ ਭੋਜਨ ਵੀ ਨਹੀਂ ਛਕਿਆ ਇਹਨੇ ਪ੍ਰਿਥਵੀ ਨੇ, ਤੇ ਫਿਰ ਨਾ ਹੀ ਕਿਸੇ ਨਾਲ ਹੀ ਬੋਲਿਆ ਤੇ ਕੱਲਾ ਹੀ ਜਾ ਕੇ ਕਿਸੇ ਰੂਮ ਦੇ ਵਿੱਚ ਜਾ ਕੇ ਬੈਠਾ ਰਿਹਾ। ਕਿਉਂ? ਸ਼ਰਮ ਦਾ ਮਾਰਾ। ਨਾ ਤੇ ਹੁਣ ਬਾਹਰ ਨਿਕਲ ਸਕਦਾ ਸੀ ਕਿਉਂਕਿ ਬਾਹਰ ਨਿੰਦਿਆ ਹੁੰਦੀ ਸੀ, ਤੋਏ ਤੋਏ ਹੋ ਰਹੀ ਸੀ, ਤੇ ਹੁਣ ਅੰਦਰ ਲੁਕਿਆ ਬੈਠਾ ਤੇ ਭੋਜਨ ਵੀ ਉਸ ਦਿਨ ਨਹੀਂ ਛਕਿਆ। ਧੁੰਦ ਬਿਆਦਕ ਬਾਦਤ ਕੋ ਸੁਨ, ਸੇਲ ਲਗਾਏ ਜਨ ਸੂਲ ਉਠਾਈ। ਜਿਹੜੇ ਗੁਰੂ ਘਰ ਦੇ ਵਿੱਚ ਨਗਾਰੇ ਵੱਜ ਰਹੇ ਨੇ, ਨੌਬਤਾਂ ਵੱਜ ਰਹੀਆਂ ਨੇ, ਖੁਸ਼ੀਆਂ ਦੇ ਵਾਜੇ ਵੱਜ ਰਹੇ ਨੇ, ਇਹਦੇ ਸੀਨੇ ਵਿੱਚ ਮਾਨੋ ਸੇਲਾ ਵੱਜਦਾ। ਉਹ ਜਿਹੜੀ ਆਵਾਜ਼ ਸੁਣਾਈ ਦਿੰਦੀ ਆ ਨਾ ਤੇ ਇਹਨੂੰ ਬਹੁਤ ਸੋਲ ਉੱਠਦਾ ਹੈ,
बड़ी तकलीफ हो रही है। सो कर कै और मोह सर कै घर कै दुख में डर कै थर कै। लोग कवि जी कहते ने सो करके और मैं सर कै, वो जी आवाज़ है ना खुशियां दी बाजियां दी, ਉਹਦੇ अंदर करके ਦਾ अर्थ जाके वो ਖੁੱਭ ਜਾਂਦੀ है। फिर अंदर जिवें कोई चीज़ खुबी हुई किसी चीज़ नूं कोई वो अंदर होर डूंघी चली जावे, होर तकलीफ दिंदी है, फिर वो अंदर एक गर्क हो जाती है, तो फिर दुख दे विच डर के थरकाई कंबण लग जाता है। भान अथयो तमशाए गयो कर्मो कर्मो गह भोजन लियाई। लो अखीर सूरज छिप गया, सारी तैयारी करवाउंदे नूं ते हनेरा छा गया, ते बीबी करमो इहदे घर वाली सी, उहने देखिया भी अज पति देव जी की हालत बहुत तरसयोग बनी हुई है। वो भोजन तैयार करके ते थाल हाथ विच लैके पृथ्वी कोल आ गई। धीरज दीन पर बोधन कीन पर बीन महा तुम क्यों दो चताए। बीबी करमू आके बाबे पृथ्वी नूं कहंदी है, तुसीं तां बड़े सियाणे हो, तुसीं क्यों इउं दुबदा विच पए होए हो। धीरज दे के समझाउण दा यतन कर रही है। जानत है सब लोक बिलोगत जे पातशाह समीप सदाई। लो जेड़े कहंदे ने भी बादशाह जहांगीर दे कोल रहण वाले बड़े बड़े अहलकार ने सुलही वर्गे, ते वो सारे थानू जानदे ने, तुसीं उन्हां नूं जाणदे हो, ते सारे लोक भी वो देख ही रहे ने ना जो कुछ साडे नाल हो रहा है। जाए कै फेर निकास देहो पुर आप बसो हट तूर न आई। चलो कोई गल नहीं, एक बारी दिल्ली ते हुण तुहानू जाना ही पैना, तुसीं उत्थे दिल्ली चले जाओ, उत्थे जाके अपने साथियां नूं मिलो ते बादशाह तो मदद लैके ते तुसीं फिर इन्हां नूं दरबार अमृतसर साहब तो बाहर कढो, ते फिर आपां मुड़ के दोबारा इत्थे आके फिर अपने घर विच रवांगे। चिंतन वार करो पुरुषार्थ होए सकारथ जान तुम्हारो। बीबी करमो कहंदी हुण चिंता फिकर छड्ड दिओ, उद्यम करो, पुरुषार्थ करो, यतन करो, ते मैं समझदी हां तुहाडा कीता यतन सफल होवे। उद्यम ते बिन प्राप्त हवै नहीं सो अब सल समूल उखारो। हुण उद्यम कीते तो बिना कुछ भी नहीं मिलदा, सानू उद्यम ते करना पैना। आ जिहड़ा साडे सीने विच सल लग्या होया ना, सने मुड़ दे इस नूं पट दिओ। ये भी इहो जी सिक्ख्या दिंदी आ भी तू हुण सरकारी दरबारे जाके ते नाल सरकारी मदद लैके गुरु अर्जन देव महाराज नूं साहिबजादे नूं दोहां नूं तू इस तरह हो हथ कड़ियां लवा दे ते उन्हां नूं तसीह दवा के शहीद करवा दे, ते ये साल आपां मुड़ तों पट देना है। ले पातशाह के सैन बड़े पकड़ाए दिजै नत दूर उजारो। लो पातशाह दे कोलों बहुती फौज लैके आपां चढ़ाई करांगे ते इन्हां नूं पकड़ा देंगे, ते जां फिर यह है भी इन्हां नूं किधरे दूर उजाड़ दे विच इन्हां नूं भेज देवांगे, क्योंकि इत्थे तां आपां रहण नहीं देना। अज आपां उजड़दे हां ते हुण आपां इन्हां नूं भी उजाड़ के फिर साह लेना है। पीवत जे दद जीवत ना इम थीवत ना पुर रौर उदारो। लो ये बीबी करमो पृथ्वी नूं धीरज दिंदी है, कहंदी लै जे ओह साहिबजादा दही पी लैंदा ना ते फिर वो जिउंदा नहीं सी रह सकदा। थीवत ना पर रौरो उदारो, ते हुण जदों साहिबजादे दी डेथ हो जांदी ते फिर शहर दे विच रौला भी नहीं सी पैना, ते सारी गल लुकी रह जानी सी। कि इसलिए जो हुण हो रहा है भी वो साडे खिलाफ है, लोग सानू बुरा भला आखरे ने, इसलिए हुण तुसीं ओहदा फिक्र ना करो, हुण आपां नूं अगला यतन सोचना चाहिए है। या विदभाग अनेक कहे सुनहानी कछु दिल ते दलगीरी। लो कहंदे ने जदों बीबी करमो ने आके कुछ इनू दिलासा दिता है, कुछ गल्लां आखियां ने, घर वाले दियां गल्लां सुन के थोड़ी जी उदासी जिहड़ी सी इहदे दिल तो दूर हो गई। कीन आहार को वृंद विचारत मेल करूं जो सभा जहांगीरी। लो घर वाली आई, उन्हें मल्लो मली भोजन ते छका दिता, ते फिर खांदा खांदा भोजन नाले सोची जा रहा है भी हुण मैं जहांगीर बादशाह दे नाल जाके मेल करां। तोहें सहायक मेरे सब कह के जो सुनाम हैगे माम पीरी। लो जदों मैं उत्थे अहलकारां नूं मिलांगा ते जाके उन्हां नूं धन देवांगा, गिफ्ट देवांगा,
ਰਿਸ਼ਵਤ ਦੇਵਾਂਗਾ ਉਹ ਸਾਰੇ ਮੇਰੇ ਸਹਾਇਕ ਹੋ ਜਾਣਗੇ, ਤੇ ਉਹ ਮੇਰੀ ਪੀਰੀ ਹੈ ਜਿਹੜੀ ਤੇ ਮੇਰੀ ਰਿੱਧੀ ਸਿੱਧੀ ਹੈ ਉਹ ਜਾ ਕੇ ਬਾਦਸ਼ਾਹ ਨੂੰ ਦੱਸਣਗੇ। ਦੇ ਧਨ ਕੋ ਆਪਣੇ ਕਰ ਹੋਂ ਇਹ ਬੈਠੇ ਰਹੇ ਨਾ ਪਠੈ ਲਿਖ ਚੀਰੀ। ਲੋ ਮੈਂ ਉਹਨਾਂ ਨੂੰ ਧਨ ਦੇ ਕੇ ਜਿੰਨੇ ਬਾਦਸ਼ਾਹ ਦੇ ਅਹਿਲਕਾਰ ਨੇ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਲਵਾਂਗਾ, ਤੇ ਨਾਲ ਹੀ ਬੈਠੋ ਰਹਿਣਾ ਪਠਾ ਲਿਖ ਚੀਰੀ, ਤੇ ਮੈਂ ਤਾਂ ਕਹਿੰਦੇ ਉੱਥੇ ਬੈਠਾ ਰਵਾਂਗਾ ਤੇ ਉੱਥੇ ਬੈਠ ਕੇ ਸਾਰੀ ਕਾਰਵਾਈ ਕਰਵਾਵਾਂਗਾ, ਤੇ ਪਰ ਇਹਨਾਂ ਨੂੰ ਉੱਥੋਂ ਬੈਠ ਕੇ ਮੈਂ ਚਿੱਠੀ ਲਿਖਵਾਵਾਂਗਾ। ਇਹਨਾਂ ਨੇ ਤੇ ਕੋਈ ਜਵਾਬ ਦੇਣਾ ਨਹੀਂ, ਤੇ ਪਹਿਲਾਂ ਜਿਵੇਂ ਸਰਕਾਰੀ ਬਰੰਟ ਨਿਕਲਦੇ ਨੇ ਨਾ ਵੀ ਮੈਂ ਇਹਨਾਂ ਦੇ ਬਰੰਟ ਕਢਾਵਾਂਗਾ, ਚਿੱਠੀ ਇਹਨਾਂ ਦੇ ਪਾਸ ਆਵੇਗੀ, ਉਸ ਤੋਂ ਬਾਅਦ ਪੁਲਿਸ ਆਵੇਗੀ ਤੇ ਜਾਂ ਫੋਰਸ ਆਵੇਗੀ, ਉਹ ਇਹਨਾਂ ਨੂੰ ਪਕੜ ਕੇ ਲੈ ਜਾਵੇਗੀ। ਰਹਿਣ ਕੋ ਨੈਣ ਮੈਂ ਨੀਂਦ ਨਹੀਂ ਵਿੱਚ ਐਨ ਕੇ ਸੈਨ ਰਹਿਓ ਪਰਕੈ। ਲੋ ਇਹ ਆਪਣੇ ਘਰ ਦੇ ਵਿੱਚ ਲੰਮਾ ਤੇ ਪੈ ਗਿਆ, ਪਰ ਰਾਤ ਦੇ ਸਮੇਂ ਇਹਨੂੰ ਨੀਂਦ ਨਹੀਂ ਆ ਰਹੀ, ਕਿਉਂਕਿ ਜਿਹੜਾ ਪਾਪੀ ਬੰਦਾ ਹੈ ਤੇ ਜਿਹਦੇ ਮਨ ਦੇ ਵਿੱਚ ਈਰਖਾ, ਹੰਕਾਰ, ਵਿਕਾਰ ਹਾਵੀ ਹੋਏ ਹੋਣ, ਉਹਨੂੰ ਚੈਨ ਦੀ ਨੀਂਦ ਆਵੇ ਕਿਵੇਂ? ਹੁਣ ਇਹਦਾ ਮਨ ਵੀ ਬੜਾ ਅਸ਼ਾਂਤ ਹੈ, ਪਿਆ ਤੇ ਹੈ ਲੰਮਾ, ਪਰ ਰਾਤ ਨੂੰ ਇਹਦੀ ਅੱਖਾਂ ਵਿੱਚ ਨੀਂਦ ਨਹੀਂ ਆ ਰਹੀ। ਪਾਪ ਬਿਖੈ ਅਨੁਰਾਗਤ ਜਾਗਤ ਲਾਗਤ ਨਾ ਪਲਕੈ ਥਿਰਕੈ। ਲੋਕ ਕਹਿੰਦੇ ਪਾਪਾਂ ਦੇ ਵਿੱਚ ਹੀ ਅਨੁਰਾਗਤ ਤੇ ਪ੍ਰੇਮ ਕਰ ਰਿਹਾ ਹੈ ਤੇ ਸਾਰੀ ਰਾਤ ਹੀ ਜਾਗਦਾ ਰਿਹਾ, ਲਾਗਤ ਨਾ ਪਲਕਾਂ ਥਿਰਕੈ, ਇਹਦੀਆਂ ਅੱਖਾਂ ਦੀਆਂ ਪਲਕਾਂ ਅਡੋਲ ਹੋ ਕੇ ਲੱਗਦੀਆਂ ਹੀ ਨਹੀਂ, ਭਾਵ ਅੱਖਾਂ ਬੰਦ ਹੀ ਨਹੀਂ ਹੁੰਦੀਆਂ, ਸਾਰੀ ਰਾਤ ਹੀ ਬਸ ਇਹ ਆਪਣੀਆਂ ਬਿਉਂਤਾਂ ਬਣਾਉਂਦਾ ਰਿਹਾ ਤੇ ਦਲੀਲਾਂ ਢਾਉਂਦਾ ਰਿਹਾ ਵੀ ਮੈਂ ਹੁਣ ਕੀ ਕਰਨਾ ਕੀ ਨਹੀਂ ਕਰਨਾ। ਸ਼ੋਕਤ ਪ੍ਰਾਤ ਉਡੀਕਤ ਹੀ ਨਿਸ ਚਾਰ ਘਟੀ ਤੇ ਚਲਿਓ ਚਰਕੈ। ਲੋ ਅਖੀਰ ਸ਼ੋਕਤ ਪ੍ਰਾਤ ਉਡੀਕਤ ਹੀ, ਤੇ ਸਾਰੀ ਰਾਤ ਸ਼ੋਕ ਦੇ ਵਿੱਚ ਹੀ, ਗਮ ਦੇ ਵਿੱਚ ਹੀ, ਫਿਕਰ ਦੇ ਵਿੱਚ ਹੀ ਉਡੀਕ ਕਰਦਿਆਂ ਲੰਘੀ ਹੈ, ਤੇ ਜਦੋਂ 4 ਘੜੀਆਂ ਬਾਕੀ ਰਾਤ ਰਹਿੰਦੀ ਸੀ ਤੇ ਉਸੇ ਵੇਲੇ ਇਹਨੇ ਤਿਆਰੀ ਕਰ ਲਈ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ। ਨੇਰੇ 4 ਘੜੀਆਂ ਤੋਂ ਭਾਵ 1.5 ਘੰਟਾ ਹਾਲੇ ਹਨੇਰਾ ਰਹਿਣਾ ਸੀ, 1.5 ਘੰਟੇ ਤੋਂ ਪਹਿਲਾਂ 2 ਘੰਟੇ ਰਾਤ ਰਹਿੰਦੀ ਤੋਂ ਉੱਠ ਕੇ ਚੱਲ ਪਿਆ। ਸੇਵਕ ਦਾਸੀ ਲਿਏ ਬਨਿਤਾ ਸੰਗ ਔਰ ਸਮਾਜ ਸਭੈ ਭਰ ਕੇ। ਇਹਨੇ ਆਪਣੇ ਸੇਵਕ ਵੀ ਤੇ ਦਾਸੀਆਂ ਵੀ ਤੇ ਘਰ ਵਾਲੇ ਨੂੰ ਵੀ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ, ਤੇ ਨਾਲ ਹੋਰ ਸਾਜੋ ਸਾਮਾਨ ਸਾਰਾ ਭਰ ਕੇ ਗੱਡਿਆਂ ਤੇ ਹੋਰ ਅਸਵਾਰੀਆਂ ਤੇ ਲੱਦ ਕੇ, ਤੇ ਇਹ ਹੁਣ ਰਾਤ ਨੂੰ ਨਿਕਲਿਆ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਹੋਰ ਜਿਹੜੇ ਸਾਡੇ ਪਾਸ ਗਿਆਨੀ ਸਿੰਘ ਪਹੁੰਚ ਚੁੱਕੇ ਨੇ ਉਹਨਾਂ ਦੇ ਪਾਸੋਂ ਸਰਵਣ ਕਰੋਗੇ। ਦਾਸ ਨੂੰ ਪਿਛਲੇ 4 ਹਫ਼ਤੇ ਤੋਂ ਆਪ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਿਚਾਰ ਕਰਦਿਆਂ, ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਜੋ ਵੀ ਭੁੱਲ ਚੁੱਕ ਹੋ ਗਈ ਹੋਵੇ ਉਹ ਸੰਗਤਾਂ ਨੇ ਖਿਮਾ ਕਰਨਾ। ਅੰਤ ਵਿੱਚ ਸਮੂਹ ਸੰਗਤਾਂ ਦਾ ਤੇ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰ ਦੇਣਾ। ਸੇਵਕ ਦਾਸੀ ਲਿਏ ਬਨਤਾ ਸੰਗ ਔਰ ਸਮਾਜ ਸਭੈ ਭਰ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।